ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ, ਜੋ ਸਤਿਗੁਰਾਂ ਨੇ ਸ਼ਾਮ ਦੇ ਸਮੇਂ ਸਤ ਸੰਗਤ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਮਾਈ ਭਾਈ ਸਰਵਣ ਕਰਕੇ ਆਪਣਾ ਆਪਣਾ ਜੀਵਨ ਸਫਲ ਕਰ ਰਹੇ ਹਨ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜੋ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਲੜੀ ਤਹਿਤ ਆਪਾਂ ਸਰਵਣ ਕਰ ਰਹੇ ਹਾਂ। ਕੱਲ ਇਹ ਇਤਿਹਾਸ ਸਰਵਣ ਕੀਤਾ ਕਿ ਗੁਰੂ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਸਾਖੀ ਦਾ ਜੋੜ ਮੇਲਾ ਆਰੰਭਿਆ ਹੈ। ਬੇਅੰਤ ਸੰਗਤਾਂ ਦਾ ਇਕੱਠ ਹੋਇਆ ਹੈ ਔਰ ਬਹੁਤ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਮਹਿਮਾ ਕੀਤੀ। ਫਿਰ ਉਹ ਸਮਾਂ ਕਿ ਜਿਹੜੇ ਤੀਰਥ ਨੇ ਜਿੱਥੇ ਦੁਨੀਆ ਜਾਂਦੀ ਹੈ ਔਰ ਆਪਣੇ ਪਾਪ ਲਾਉਂਦੇ ਨੇ, ਉਹ ਤੀਰਥ ਵੀ ਹੁਣ ਪਾਪਾਂ ਦਾ ਭਾਰ ਜਦੋਂ ਸਹਿਣਾ ਮੁਸ਼ਕਲ ਹੋ ਗਿਆ, ਅਰਦਾਸ ਕੀਤੀ, ਹੈ ਗੁਰੂ ਅਮਰਦਾਸ ਕਿਰਪਾ ਕਰ ਆਪਣੇ ਪਵਿੱਤਰ ਚਰਨ ਹੁਣ ਸਾਡੇ ਵਿੱਚ ਵੀ ਪਾ, ਤਾਂ ਕਿ ਸਾਡਾ ਵੀ ਜਿਹੜਾ ਪਾਪਾਂ ਦੀ ਮੈਲ ਹੈ, ਲੋਕੀ ਲਾ ਲਾ ਕੇ ਪਾਪ ਜਾਂਦੇ, ਪਾਪ ਦੂਰ ਹੋ ਸਕਣ, ਅਸੀਂ ਵੀ ਪਵਿੱਤਰ ਹੋ ਸਕੀਏ। ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਇਉਂ ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਸਦਕਾ। ਗੁਰਬਾਣੀ ਵਿੱਚ ਵੀ ਇਹ ਬਚਨ ਹਨ। ਗੁਰੂ ਅਮਰਦਾਸ ਪਾਤਸ਼ਾਹ ਜੀ ਤੁਰੇ ਨੇ, ਰਸਤੇ ਵਿੱਚੋਂ ਬਹੁਤ ਹਿੰਦੂ ਲੋਕ ਵੀ
ਮਹਾਰਾਜ ਦੇ ਨਾਲ ਹੋ ਤੁਰੇ। ਇੱਕ ਤੇ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ, ਨਾਲ ਰਹਾਂਗੇ, ਗੁਰੂ ਦਾ ਉਪਦੇਸ਼ ਸੁਣਾਂਗੇ। ਦੂਜਾ ਜਿਹੜਾ ਜੇਜੀਆ ਲੱਗਦਾ ਸੀ, ਟੈਕਸ ਲੱਗਦਾ ਸੀ ਹਿੰਦੂਆਂ ਦੇ ਉੱਤੇ ਤੀਰਥਾਂ ਪਰ ਜਾਣ ਦਾ, ਉਹ ਨਹੀਂ ਦੇਣਾ ਪਵੇਗਾ। ਤੇ ਮਹਾਰਾਜ ਨੇ ਇਹ ਗੁਰਮੁਖੋ ਟੈਕਸ ਬੰਦ ਕਰਵਾਇਆ ਸਮੇਂ ਦੇ ਬਾਦਸ਼ਾਹ ਨੂੰ ਕਹਿ ਕੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਗ੍ਹਾ ਜਗ੍ਹਾ ਤੇ ਤਾਰਦੇ ਹੋਏ ਸਤਲੁਜ ਲੰਘੇ, ਅੱਗੇ ਮਹਾਰਾਜ ਪਹੋਏ ਪਹੁੰਚੇ ਹੈ। ਪਹੋਏ ਸਤਿਗੁਰੂ ਨੇ ਉਪਦੇਸ਼ ਦਿੱਤਾ, ਇੱਥੋਂ ਮਹਾਰਾਜ ਕੁਰਸ਼ੇਤਰ ਪਹੁੰਚੇ ਹਨ, ਜਿੱਥੇ ਪਤਾ ਲੱਗਿਆ ਸਿੱਖ ਸੰਗਤਾਂ ਵੀ ਪਹੁੰਚੀਆਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੀਜੀ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਅਮਰਦਾਸ ਜੀ ਪਾਤਸ਼ਾਹ ਆਏ ਹਨ। ਉੱਥੇ ਗੁਰਮੁਖੋ ਚੰਗੇ ਵੱਡੇ ਸੰਨਿਆਸੀ, ਬ੍ਰਹਮਚਾਰੀ, ਵਿਦਿਆ ਵਿੱਚ ਬੁਲੰਦ ਪੰਡਤ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਹਨ ਤੇ ਗੁਰੂ ਸਾਹਿਬ ਕੋਲ ਬੈਠ ਗਏ। ਪੰਡਤ ਅਰ ਸੰਨਿਆਸੀ ਬ੍ਰਿੰਦ ਢਿਗ ਬੈਠੇ ਅਹੰਕਾਰ ਬਲਿੰਦ। ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ, ਕਰ ਬੰਧਨ ਕੋ ਪ੍ਰਸ਼ਨ ਉਚਰਿਓ। ਨਮਸਕਾਰ ਕਰਕੇ ਗੁਰੂ ਪਾਤਸ਼ਾਹ ਜੀ ਨੂੰ ਪ੍ਰਸ਼ਨ ਕੀਤਾ। ਆਓ ਕੀ ਪ੍ਰਸ਼ਨ ਕਰਦੇ ਹੈ, ਕੀ ਮਹਾਰਾਜ ਨੇ ਉੱਤਰ ਦਿੱਤਾ, ਇੱਥੋਂ ਅੱਗੇ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਜੋ ਕੀਨ ਸਬਾਨੀ। ਪ੍ਰਸ਼ਨ ਕੀਤਾ ਉਹਨਾਂ ਵਿਦਵਾਨ ਪੰਡਤਾਂ ਸੰਨਿਆਸੀਆਂ ਨੇ ਕਿ ਹੇ ਗੁਰੂ ਅਮਰਦਾਸ, ਇਹ ਜਵਾਬ ਦਿਓ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰੀ ਹੈ, ਤਿਸ ਕੋ ਕਾਰਨ ਪਰਿਉ ਨ ਜਾਣੀ। ਇਹਦਾ ਕਾਰਨ ਨਹੀਂ ਸਾਤੋਂ ਜਾਣਿਆ ਗਿਆ ਕਿ ਬਾਣੀ ਲੋੜ ਕਿਉਂ ਪਈ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਹਿਣ ਦਾ ਭਾਵ ਉਹਨਾਂ ਦਾ ਸੀ ਵੀ ਧਰਮ ਗ੍ਰੰਥ ਤਾਂ ਪਹਿਲਾਂ ਹੀ ਬਹੁਤ ਨੇ, ਫਿਰ ਸੰਸਕ੍ਰਿਤ ਬਾਣੀ, ਸੰਸਕ੍ਰਿਤ ਦੇ ਵਿੱਚ ਉਹ ਜਿਹੜੀ ਦੇਵ ਬਾਣੀ ਉਹ ਚ ਰਚੇ ਹੋਏ ਆ, ਤੇ ਤੁਸੀਂ ਨਵਾਂ ਗੁਰਮੁਖੀ ਵਿੱਚ ਲੋਕ ਭਾਖਾ ਦੇ ਵਿੱਚ ਉਪਦੇਸ਼ ਦੇ ਰਹੇ ਹੋ। ਗੁਰੂ ਨਾਨਕ ਦੇਵ ਮਹਾਰਾਜ ਨੇ ਲੋਕ ਭਾਖਾ ਗੁਰਮੁਖੀ ਦੇ ਵਿੱਚ ਬਾਣੀ ਉਚਾਰੀ ਹੈ, ਇਹਦੀ ਜ਼ਰੂਰਤ ਕੀ ਸੀ? ਪਹਿਲਾਂ ਹੀ ਬਹੁਤ ਗ੍ਰੰਥ ਹਨ। ਇਹ ਕਾਰਨ ਪ੍ਰਸ਼ਨ ਪੁੱਛਦੇ ਆ ਸ੍ਰੀ ਨਾਨਕ ਜੋ ਕੀਨ ਸਬਾਨੀ, ਤਿਸ ਕੋ ਕਾਰਨ ਪਰਿਉ ਨਾ ਜਾਣੀ। ਇਹਦਾ ਕਾਰਨ ਨਹੀਂ ਮਹਾਰਾਜ ਸਾਤੋਂ ਜਾਣਿਆ ਜਾਂਦਾ। ਆਗੇ ਹੁਤੇ ਸੋ ਵੇਦ ਪੁਰਾਨ। ਕਹਿੰਦੇ ਪਹਿਲਾਂ ਹੀ ਵੇਦ ਪੁਰਾਣ ਹੋਰ ਸ਼ਾਸਤਰ 27 ਸਿਮਰਤੀਆਂ, 4 ਵੇਦ ਹੈ, 6 ਸ਼ਾਸਤਰ, 18 ਪੁਰਾਣ ਹੈ, 27 ਸਿਮਰਤੀਆਂ, ਉਪਨਿਸ਼ਦਾਂ ਹੈ, ਕਿੰਨੇ ਗ੍ਰੰਥ ਨੇ। ਪਹਿਲਾਂ ਹੀ ਮਹਾਰਾਜ ਜੀ ਬਹੁਤ ਹਨ। ਪਠਹਿ ਸੁਨੈ ਬਿਸਤਰੇ ਜਹਾਨ। ਪਠਹਿ ਸੁਨੈ ਨਿਸਤਰੇ ਜਹਾਨ। ਕੋਈ ਵੀ ਇਹਨਾਂ ਗ੍ਰੰਥਾਂ ਨੂੰ ਪੜ੍ਹ ਲਵੇ, ਸੁਣ ਲਵੇ, ਉਹ ਜਗਤ ਭਾਈ ਜਗਤ ਤਰ ਜਾਂਦਾ ਜਾਂ ਜਗਤ ਤੋਂ ਜਹਾਨ ਤੋਂ ਤਰ ਜਾਂਦਾ ਹੈ। ਸੋ ਕਲਿਆਣ ਕਰਤ ਜਗਿਆਸੀ। ਉਹ ਜਗਿਆਸੂ ਪੁਰਸ਼ ਦੀ ਕਲਿਆਣ ਕਰਦੇ ਨੇ ਜੋ ਗ੍ਰੰਥਾਂ ਵਿੱਚ ਵੇਦ ਬਾਣੀ ਹੋਰ ਸ਼ਾਸਤਰੀਆਂ ਸਿਮਰਤੀਆਂ ਵਿੱਚ ਲਿਖਿਆ ਜਗਿਆਸੂ ਦੇ ਕਲਿਆਣ ਲਈ ਹੈ। ਚੱਲਹਿ ਕਹੇ ਪਰ ਕਾਟੈ ਫਾਸੀ। ਚੱਲਹਿ ਕਹੇ ਪਰ, ਜਿਹੜਾ ਕੋਈ ਇਹਨਾਂ ਗ੍ਰੰਥਾਂ ਦੇ ਕਹੇ ਤੇ ਚੱਲ ਪੈਂਦਾ ਹੈ, ਉਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਮੁਕਤ ਪੰਥ ਕਉ ਨੀਕੀ ਬਾ ਭਾਂਤ। ਫਿਰ ਇਹ ਜਾਣ ਲਓ ਕਿ ਚੰਗੀ ਤਰ੍ਹਾਂ ਜਿਹੜਾ ਮੁਕਤੀ ਦਾ ਪੰਥ ਮਾਰਗ ਹੈ, ਵਰਨਿਓ ਸ਼ੁਭ ਉਪਦੇਸ਼ ਬਖਿਆਤ। ਵਰਨਿਓ ਸ਼ੁਭ ਸੁਦੇਸ਼ ਬਖਿਆਤ। ਵੀ ਕਹਿਣ ਲੱਗੇ ਮਹਾਰਾਜ ਪ੍ਰਤੱਖ ਤੌਰ ਤੇ ਦੇਖੋ, ਵਰਨਿਓ ਸ਼ੁਭ ਉਪਦੇਸ਼, ਸ਼ੁਭ ਉਪਦੇਸ਼,
ਸ਼ੁਭ ਉਪਦੇਸ਼ ਇਕੱਠਾ ਸ਼ਬਦ ਆ ਗਿਆ। ਵਰਨਿਓ ਸ਼ੁਭ ਉਪਦੇਸ਼ ਬਖਿਆਤ, ਉਹਨਾਂ ਵਿੱਚ ਵੀ ਸ਼ੁਭ ਉਪਦੇਸ਼ ਪ੍ਰਤੱਖ ਵਰਣਨ ਕੀਤਾ ਹੈ। ਤਿਨ ਕੇ ਹੋਤੇ ਸ੍ਰੀ ਗੁਰਬਾਣੀ, ਇੰਨੇ ਧਰਮ ਗ੍ਰੰਥਾਂ ਦੇ ਹੁੰਦਿਆਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਬਾਣੀ ਹੈ, ਕਿਉਂ ਕੀਨਸ ਕੁਛ ਜਾਏ ਨਾ ਜਾਣੀ, ਇਹ ਕਿਉਂ ਉਚਾਰਨ ਕਰਤੀ, ਇਹ ਨਹੀਂ ਸਾਤੋਂ ਕੁਝ ਜਾਣਿਆ ਜਾਂਦਾ। ਇਸ ਪ੍ਰਕਾਰ ਤਿਨ ਤੇ ਸੁਨ ਕਾਨ, ਇਸ ਤਰ੍ਹਾਂ ਉਹਨਾਂ ਤੋਂ ਕੰਨੀ ਇਹ ਗੱਲ ਸੁਣ ਕੇ ਸ੍ਰੀ ਗੁਰ ਕੀਨਸ ਸ਼ਬਦ ਬਖਾਨ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਗੌੜੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਹੈ, ਜਿਹਦੀ ਇੱਕ ਪੰਕਤੀ ਸੰਤਰੇਣ ਜੀ ਨੇ ਲਿਖੀ ਹੈ ਕਿ ਮੁੱਖ ਭਾਵ ਹੈ ਭਾਈ ਸ੍ਰੀ ਮੁਖਵਾਕ ਰਾਗ ਗੌੜੀ ਮਹੱਲਾ ਤੀਜਾ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ। ਗੁਰੂ ਮਹਾਰਾਜ ਕਹਿਣ ਲੱਗੇ ਵਿਦਵਾਨੋਂ, ਪੰਡਤੋ, ਸੰਨਿਆਸੀਓ, ਵੀ ਇਉਂ ਤਾਂ ਫਿਰ ਸਵਾਲ ਤਾਂ ਇਹ ਵੀ ਹੈ ਕਿ ਧਰਤੀ ਦੇ ਵਿੱਚ ਪਾਣੀ ਹੈ। ਉਦੋਂ ਤਾਂ ਗੁਰਮੁਖ ਉਹਨਾਂ ਸਮੇਂ ਤੇ ਹੁੰਦਾ ਸੀ ਕਿ ਜਿੱਥੋਂ ਜੀ ਕਰਦਾ ਮਿੱਟੀ ਹਟਾ ਕੇ ਪਾਣੀ ਕੱਢ ਲੈਂਦੇ ਸੀ। ਧਰਤੀ ਤੇ ਪਾਣੀ ਸੀ ਨਾ, ਇੰਨਾ ਉੱਚਾ ਸੀ। ਇਹ ਤਾਂ ਹੁਣ ਤੱਕ ਇਹ ਬਜ਼ੁਰਗਾਂ ਤੋਂ ਆਪਾਂ ਸੁਣਦੇ ਰਹੇ ਹਾਂ ਕਿ ਮਿੱਟੀ ਪਰੇ ਕਰਦੇ ਸੀ, ਪਾਣੀ ਨਿਕਲ ਆਉਂਦਾ ਹੁੰਦਾ ਸੀ। ਉਸ ਸਮੇਂ ਤੇ ਪਾਣੀ ਬਹੁਤ ਉੱਪਰ ਸੀ। ਮਹਾਰਾਜ ਕਹਿੰਦੇ ਪਾਣੀ ਤਾਂ ਧਰਤੀ 'ਚ ਬਥੇਰਾ ਹੈ, ਫਿਰ ਬੱਦਲ ਕਿਉਂ ਵਰਸਦਾ? ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਇਹ ਭਾਈ ਜਿਵੇਂ ਦੇਖੋ ਧਰਤੀ ਦੇ ਉੱਤੇ ਬੱਦਲ ਵਰਸਦਾ, ਕਿਆ ਧਰਤੀ ਮਦੇ ਪਾਣੀ ਨਾਹੀ? ਫਿਰ ਤਾਂ ਉਹਦੀ ਕੀ ਲੋੜ ਹੈ ਕਿ ਧਰਤੀ 'ਚ ਪਾਣੀ ਹੈ ਨਹੀਂ, ਉੱਪਰੋਂ ਕਿਉਂ ਪੈਂਦਾ ਹੈ? ਉਹਦੀ ਗੁਰਮੁਖੋ ਆਪਣੀ ਲੋੜ ਹੈ। ਧਰਤੀ ਦਾ ਜਲ ਉਦਮ ਨਾਲ ਨਿਕਲੂਗਾ, ਉਹਦੇ ਲਈ ਪੁਰਸ਼ਾਰਥ, ਉਦਮ, ਸਮਾਂ, ਧਨ ਸਭ ਕੁਝ ਖਰਚ ਹੁੰਦਾ ਹੈ, ਤੇ ਮੀਂਹ ਵਾਸਤੇ ਦਾ ਕੋਈ ਖਰਚਾ ਨਹੀਂ ਨਾ, ਉਹ ਤਾਂ ਕਿਰਪਾ ਹੁੰਦੀ। ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਦਿੱਤਾ। ਚੌਪਈ ਵੇਦ ਪੁਰਾਨਨ ਕੋ ਉਪਦੇਸ਼, ਭਾਈ ਜਿਹੜਾ ਵੇਦਾਂ ਤੇ ਪੁਰਾਣਾਂ ਦਾ ਉਪਦੇਸ਼ ਹੈ, ਸਭ ਹਨ ਕੋ ਨਹਿ ਦੇਹੁ ਵਿਸ਼ੇਸ਼, ਇਹ ਸਾਰਿਆਂ ਨੂੰ ਨਹੀਂ, ਵਿਸ਼ੇਸ਼ ਤੌਰ ਤੇ ਉਪਦੇਸ਼ ਦਿੰਦੇ ਹਨ। ਜਥਾ ਕੂਪ ਕੋ ਨੀਰ ਪਛਾਨਾ, ਭਾਵ ਕਿ ਜਿਵੇਂ ਹੁਣ ਵੱਖ-ਵੱਖ ਹੈ ਨਾ, ਵੇਦ ਕੌਣ ਪੜ੍ਹ ਸਕਦਾ ਹੈ, ਕੌਣ ਕੀ ਕੰਮ ਕਰੂ, ਵਰਣ ਵੰਡ ਦੇ ਮੁਤਾਬਕ ਹਰ ਇੱਕ ਡਿਊਟੀ ਹੈ, ਹਰੇਕ ਨੂੰ ਅਧਿਕਾਰ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਜਿਵੇਂ ਜਥਾ ਕੂਪ ਕੋ ਨੀਰ ਪਛਾਨਾ, ਕੋਈ ਖੂਹ ਲਾ ਲੈਂਦਾ ਹੈ ਤੇ ਉਹ ਖੂਹ ਦਾ ਪਾਣੀ ਜਾਣ ਲਓ। ਕੋ ਜਬ ਘੱਲੈ ਕਾਲ ਮਹਾਨਾ, ਕਹਿੰਦੇ ਕੋਈ ਖੂਹ ਦਾ ਪਾਣੀ ਹੈ, ਉਹਦੇ ਵਾਸਤੇ ਫਿਰ ਕੋਈ ਜਦੋਂ ਚੰਗੀ ਘਾਲ ਕਮਾ ਕਰਦਾ ਹੈ, ਕੋਈ ਮਿਹਨਤ ਕਰੂ, ਖੂਹ ਪੁੱਟਦਾ ਹੈ, ਕਿੰਨੀ ਮਸ਼ੱਕਤ ਕਰਨੀ ਪੈਂਦੀ ਹੈ। ਨਿਜ ਹਿਤ ਕੁਛ ਖੇਤੀ ਕਰ ਲੇਤ, ਪਰ ਉਹ ਖੂਹ ਦੇ ਪਾਣੀ ਦੇ ਨਾਲ ਆਪਣੇ ਵਾਸਤੇ ਕੁਝ ਖੇਤੀ ਉਹ ਕਰ ਸਕਦਾ ਹੈ। ਜੇ ਨਿਤ ਪਾਲੈ ਪ੍ਰੇਮ ਸਮੇਤ, ਉਹ ਵੀ ਇਹ ਹੈ ਕਿ ਨਿਤ ਉਹਨੂੰ ਖੂਹ ਦਾ ਪਾਣੀ ਉਦਮ ਨਾਲ ਕੱਢਣਾ ਪਊ, ਉਦਮ ਨਾਲ ਖੇਤ ਵਿੱਚ ਪਹੁੰਚਦਾ ਕਰਨਾ ਪੈਣਾ ਹੈ। ਕਿੰਨਾ ਕੁਝ ਹੋਊ ਜੇ ਨਿਤ, ਜੇ ਭਾਈ ਹਮੇਸ਼ਾ ਪ੍ਰੇਮ ਦੇ ਨਾਲ ਫਸਲ ਨੂੰ ਪਾਲੇਗਾ। ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੂ, ਪਰ ਇਹ ਭਾਈ ਇਧਰ ਇਸ ਤਰ੍ਹਾਂ ਇਹ ਜਾਣੋ ਵੀ ਵੇਦ ਸ਼ਾਸਤਰ ਖੂਹ ਦੇ ਜਲ ਵਾਂਗ ਹੈ। ਉਹਦੇ ਲਈ ਹੁਣ ਉਹੀ ਪੜ੍ਹੋ ਜਿਹੜਾ ਸੰਸਕ੍ਰਿਤ ਵਿਦਿਆ ਜਾਣਦਾ ਹੈ, ਜਿਹੜੇ ਮਿਹਨਤ ਘਰ ਦਾ ਕੰਮ ਕਰਨ ਗ੍ਰਸਤੀ ਹੈ, ਉਹਨਾਂ ਤੋਂ ਸਿੱਖ ਨਹੀਂ ਹੁੰਦੀ। ਉਹਦੇ ਵਾਸਤੇ ਫਿਰ ਸਮਾਂ ਬਹੁਤ ਚਾਹੀਦਾ ਸੀ। ਵਿਦਿਆ ਪੜ੍ਹਨ ਵਿਸ਼ੇਸ਼ ਤੌਰ ਤੇ ਕੰਸੀ ਜਾਣਾ ਪੈਂਦਾ ਸੀ, ਉੱਥੋਂ ਫਿਰ ਪੜ੍ਹ ਕੇ ਆਉਂਦੇ ਸਨ, ਫਿਰ ਉਹਨਾਂ ਨੂੰ ਪੜ੍ਹਨ ਤੇ ਪਤਾ ਲੱਗਦਾ ਹੁੰਦਾ ਸੀ।
ਕਿ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਖੂਹ ਦਾ ਜਾਲ ਹੈ, ਖੂਹ ਉਦਮ ਨਾਲ ਲੱਗਿਆ ਤੇ ਉਹਦੇ ਨਾਲ ਵੱਧ ਤੋਂ ਵੱਧ ਆਪਦੀ ਕੋਈ ਨਿੱਜੀ ਖੇਤੀਬਾੜੀ ਉਹ ਵੀ ਪੂਰੇ ਪ੍ਰੇਮ ਨਾਲ ਅਗਰ ਕੋਈ ਸੰਭਾਲ ਕਰੂ ਤਾਂ ਉਹ ਪਲ ਸਕਦੀ ਹੈ। ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੂ। ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਭਾਈ ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ, ਗੁਰੂ ਦਾ ਸ਼ਬਦ ਜਿਹੜੇ ਸੁਖੈਨ ਹੈ। ਸਰਬ ਜਾਤ ਕੋ ਹੈ ਅਧਿਕਾਰੂ। ਫਿਰ ਸਾਰੀਆਂ ਜਾਤਾਂ ਨੂੰ ਅਧਿਕਾਰ ਹੈ ਕਿ ਬਾਣੀ ਪੜ੍ਹ ਸਕਣ। ਸਰਬ ਕਾਲ ਅਰ ਸਗਰੇ ਦੇਸ। ਫਿਰ ਸਾਰੇ ਸਮਿਆਂ ਤੇ ਸਾਰੀਆਂ ਜਗ੍ਹਾ ਤੇ ਸਭ ਦੇਸ਼ਾਂ ਵਿੱਚ ਲਗ ਵਿਸਾਲ ਸਭ ਹਤਹਿ ਕਲੇਸ਼। ਕੋਈ ਵੀ ਪੜ੍ਹੇ ਸੁਣੇ ਲਗ ਵਿਸਾਲ, ਛੋਟੇ ਕੀ ਵੱਡੇ ਕੀ, ਸਾਰੇ ਪਾਪ ਕਲੇਸ਼ ਬਾਣੀ ਨਾਸ਼ ਕਰ ਦਿੰਦੀ ਹੈ। ਧਨੀ ਨਿਰਧਨੀ ਸਭ ਲੈ ਪਾਏ। ਇਹਨੂੰ ਬਾਣੀ ਨੂੰ ਚਾਹੇ ਕੋਈ ਧਨਵਾਨ ਪੜ੍ਹ ਲੇ, ਚਾਹੇ ਕੋਈ ਨਿਰਧਨ ਗਰੀਬ ਪੜ੍ਹ ਲੇ, ਕੋਈ ਵੀ ਭਾਈ ਪ੍ਰਾਪਤ ਕਰ ਸਕਦਾ ਹੈ। ਉਠਤ ਬੈਠਤ ਹਰ ਗੁਣ ਗਾਏ। ਉੱਠਦਿਆਂ ਬਹਿੰਦਿਆਂ ਪਰਮੇਸ਼ਰ ਦੇ ਗੁਣ ਸ਼ਬਦ ਪੜ੍ਹਦਾ ਹੈ, ਬਾਣੀ ਪੜ੍ਹਦਾ ਗਾਇਨ ਕਰਦਾ ਹੈ। ਸਤਿਗੁਰ ਬਾਣੀ ਮੇਘ ਸਮਾਨ। ਇਸ ਕਰਕੇ ਭਾਈ ਜੋ ਸਤਿਗੁਰੂ ਦੀ ਬਾਣੀ ਹੈ ਇਹ ਬੱਦਲ ਦੇ ਸਮਾਨ ਹੈ। ਬਰਖੈ ਚੌਹ ਦਿਸ ਬਿਖੈ ਮਹਾਨ। ਬੱਦਲ ਜਦੋਂ ਪੈਂਦਾ ਹੈ ਉਹ ਸਾਰਿਆਂ ਦੀਆਂ ਖੇਤੀਆਂ ਨੂੰ ਇਕੱਠਾ ਹੀ ਹਰਾ ਭਰਾ ਕਰ ਦਿੰਦਾ ਹੈ। ਇਸੇ ਤਰ੍ਹਾਂ ਚੌਹਾਂ ਦਿਸ਼ਾਵਾਂ ਵਿੱਚ ਹੀ ਜੋ ਭਾਈ ਇਹ ਗੁਰਬਾਣੀ ਵਰਸ਼ਾ ਕਰਦੀ ਹੈ, ਭਾਵ ਕੋਈ ਉਪਦੇਸ਼ ਸਾਰੀ ਜਗ੍ਹਾ ਤੇ ਹੋ ਰਿਹਾ ਹੈ। ਇੱਕ ਸਿੱਖ ਨੂੰ ਸੁਣਾਤੀ, ਉਹ ਅੱਗੇ ਉਪਦੇਸ਼ ਕਰੀ ਜਾਂਦਾ, ਉਹਨੇ ਗਾਂਹ ਹੋਰ ਸੁਣਾਓ, ਗਾਂਹ ਉਪਦੇਸ਼ ਕਰਨ ਲੱਗ ਗਏ। ਇਉਂ ਅੱਗੇ ਦੀ ਅੱਗੇ ਚਾਰੇ ਦਿਸ਼ਾਵਾਂ ਵਿੱਚ ਹੀ ਇਹ ਵਰਸ਼ਾ ਹੁੰਦੀ ਹੈ। ਕੂਪ ਕੇ ਸੂਕੇ ਹੋਏ ਕਿ ਨਾਹੀ। ਫਿਰ ਇਹ ਹੈ ਕਿ ਜਿਹੜਾ ਖੂਹ ਹੈ, ਇਹ ਜੇ ਹੁਣ ਖੂਹ ਸੁੱਕ ਵੀ ਜਾਂਦੇ ਹੁੰਦੇ ਸੀ, ਜੇ ਭਾਈ ਸੁੱਕ ਜੇ ਫਿਰ ਉਹਦੇ ਚੋਂ ਨਹੀਂ ਕੁਛ ਪ੍ਰਾਪਤ ਹੋ ਸਕਦਾ। ਇੱਕ ਸਮ ਘਨ ਤੇ ਸਭ ਸੁਖ ਪਾਹੀ। ਤੇ ਜਿਹੜਾ ਬੱਦਲ ਹੈ ਉਹ ਤੋਂ ਦੇਖੋ ਸਾਰੇ ਬਰਾਬਰ ਸੁਖ ਪਾ ਲੈਂਦੇ ਹਨ। ਸਗਰੇ ਖੇਤੀ ਬੋਏ ਪਕਾਏ। ਸਾਰੀ ਖੇਤੀ ਜਿਹੜੇ ਆ ਉਹ ਬੀਜ ਲੈਂਦੇ, ਪਕਾ ਲੈਂਦੇ ਨੇ। ਬਿਨਾ ਜਤਨ ਸਭ ਹੀ ਸੁਖ ਪਾਏ। ਬੱਦਲ ਦੀ ਵਰਖਾ ਹੋਈ, ਕੋਈ ਯਤਨ ਨਹੀਂ ਕਰਨਾ ਪਿਆ, ਬਿਨਾ ਯਤਨ ਤੋਂ ਹੀ ਸਾਰਿਆਂ ਨੂੰ ਸੁੱਖ ਮਿਲ ਜਾਂਦਾ ਹੈ। ਤਿਉ ਸਤਿਗੁਰ ਕੇ ਸ਼ਬਦ ਸੁਖੇਨ। ਇਸੇ ਤਰ੍ਹਾਂ ਭਾਈ ਜੋ ਸਤਿਗੁਰੂ ਦੇ ਸ਼ਬਦ ਹੈ ਸੁਖੈਨ ਨੇ। ਪੜ ਗਤ ਪ੍ਰਾਪਤ ਜੇਨ ਰੋਕੇਨ। ਇਉਂ ਜੋ ਵੀ ਕੋਈ ਭਾਈ ਜੇਨ ਰੋਕੇਨ, ਕੋਈ ਵੀ ਭਾਵ ਕੋਈ ਵੱਡਾ ਛੋਟਾ ਅਮੀਰ ਗਰੀਬ ਉੱਚਾ ਨੀਵਾਂ ਕੋਈ ਪੜ ਲਵੇ ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਧਰਨੀ ਵੇਖੈ ਕੂਪ ਕੋ ਪਾਣੀ। ਇਸੇ ਤਰ੍ਹਾਂ ਭਾਈ ਧਰਤੀ ਦੇ ਵਿੱਚ ਜਿਵੇਂ ਖੂਹ ਦਾ ਪਾਣੀ ਹੈ। ਤਉ ਮੇਘ ਬਰਸੈ ਸੁਖ ਦਾਨੀ। ਉਹਦੇ ਹੋਣ ਦੇ ਬਾਵਜੂਦ ਵੀ ਜਿਹੜਾ ਬੱਦਲ ਜਦੋਂ ਬਰਸਦਾ ਉਹ ਸੁਖਦਾਇਕ ਹੁੰਦਾ ਹੈ। ਜਾਂ ਤੇ ਪੰਡਤ ਹਿਰਦੈ ਵਿਚਾਰੋ। ਇਸ ਕਰਕੇ ਹੈ ਪੰਡਤ, ਇਹ ਮਨ ਹਿਰਦੇ ਵਿੱਚ ਵਿਚਾਰ ਲਓ। ਘਨ ਅਰ ਕੂਪ ਨੀਰ ਨਿਰਧਾਰੋ। ਇਉਂ ਫਰਕ ਹੈ ਜਿਵੇਂ ਇੱਕ ਪਾਸੇ ਬੱਦਲ ਵਰਖਾ ਹੋ ਗਈ, ਇੱਕ ਪਾਸੇ ਖੂਹ ਦਾ ਪਾਣੀ ਹੈ, ਨਿਰਧਾਰਤ ਕਰ ਲਓ। ਗੁਰਬਾਣੀ ਕੋ ਕਾਰਨ ਇਹੋ। ਗੁਰਬਾਣੀ ਉਚਾਰਨ ਦਾ ਇਹੀ ਕਾਰਨ ਹੈ। ਸੁਨੋ ਸੱਜਣ ਨਹਿ ਕਰੋ ਸੰਦੇਹੋ। ਐ ਪਿਆਰੇ ਮਿੱਤਰੋ ਸੱਜਣੋ ਸਿਆਣੇ ਪੁਰਸ਼ੋ ਸੁਣੋ ਭਾਈ, ਕੋਈ ਸ਼ੰਕਾ ਨਹੀਂ ਕਰਨਾ। ਭਰੋਸਾ ਹੈ ਲੱਖੋ ਗੁਰਬਾਣੀ। ਦੇਖੋ ਗੁਰਬਾਣੀ ਤੋਂ ਭਰੋਸਾ ਹੈ, ਲੱਖਾਂ ਹੀ ਭਰੋਸਾਏ ਗਏ। ਊਚ ਨੀਚ ਕੈ ਏਕ ਸਮਾਨੀ।
ਕੋਈ ਉੱਚਾ ਹੈ ਕੋਈ ਨੀਵਾਂ, ਸਭ ਇੱਕ ਸਮਾਨ ਕਿਰਪਾ ਹੋਈ। ਪ੍ਰੇਮ ਸਾਥ ਜੋ ਪਠਹਿ ਵਿਚਾਰਹਿ, ਜਿਹੜਾ ਪ੍ਰੇਮ ਨਾਲ ਪੜ੍ਹਦਾ ਤੇ ਵਿਚਾਰਦਾ ਹੈ। ਬਹੁਰ ਕਮਾਵਹਿ ਹੋਏ ਨਿਸਤਾਰਹਿ, ਤੇ ਫਿਰ ਜੋ ਭਾਈ ਗੁਰੂ ਦੇ ਬਚਨਾਂ ਗੁਰਬਾਣੀ ਦੇ ਉਪਦੇਸ਼ ਨੂੰ ਕਮਾ ਲੈਂਦਾ ਹੈ, ਹੋਏ ਨਿਸਤਾਰਹਿ, ਉਹਦਾ ਭਲਾ ਹੋ ਜਾਂਦਾ, ਕਲਿਆਣਤਾ ਹੋ ਜਾਂਦੀ ਹੈ। ਨਗਰ ਤੀਰਥ ਕੇ ਸੇ ਜੋ ਬਾਸੀ, ਇਹ ਭਾਈ ਨਗਰ ਤੀਰਥਾਂ ਤੇ ਜਿੰਨੇ ਵੀ ਫਿਰੇ ਬਾਸੀ ਆਏ ਹੋਏ ਸਨ, ਸੁਣ ਕਰ ਸਗਰੇ ਭਏ ਹੁਲਾਸੀ, ਉਹ ਸੁਣ ਕੇ ਸਾਰੇ ਹੁਲਾਸ ਖੁਸ਼ੀ ਖੇੜੇ ਵਿੱਚ ਹੋਏ ਹਨ। ਬੰਦਨ ਕਰ ਸਭ ਹੂਨ ਸਰਾਏ, ਇਉਂ ਸਾਰੇ ਹੀ ਫਿਰ ਮਹਾਰਾਜ ਨੂੰ ਬੰਦਨਾ ਕਰਕੇ ਚਰਣਾ ਅੰਮ੍ਰਿਤ ਲੈ ਸਿੱਖ ਸਭ ਥਾਏ। ਗੁਰੂ ਸਾਹਿਬ ਦਾ ਚਰਨਾ ਅੰਮ੍ਰਿਤ ਲੈ ਕੇ ਸਿੱਖ ਬਣੇ ਹਨ। ਇਸ ਪ੍ਰਕਾਰ ਨਰ ਅਧਿਕ ਉਧਾਰੇ, ਇਸ ਤਰ੍ਹਾਂ ਭਾਈ ਅਨੇਕਾਂ ਪ੍ਰਾਣੀਆਂ ਦਾ ਉਧਾਰ ਕੀਤਾ ਹੈ। ਪੁਨ ਆਗੇ ਸ੍ਰੀ ਗੁਰੂ ਪਧਾਰੇ, ਫਿਰ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਚੱਲੇ ਹਨ। ਇਸੀ ਰੀਤ ਸ੍ਰੀ ਗੰਗਾ ਗਏ, ਇਸੇ ਤਰ੍ਹਾਂ ਹੀ ਫਿਰ ਮਹਾਰਾਜ ਚੱਲਦੇ ਚੱਲਦੇ ਗੰਗਾ ਪਹੁੰਚੇ ਹਨ। ਕਨਖਰ ਬਿਖੈ ਸਿਵਰ ਕੋ ਕਏ, ਕਨਖਲ ਵਿੱਚ ਗਏ, ਉੱਥੇ ਮਹਾਰਾਜ ਨੇ ਸ਼ਿਵਰ ਕੀਤਾ, ਟਿਕਾਣਾ ਕੀਤਾ। ਸੁਰਸਰ ਤਟ ਪਰ ਪੀਪਰ ਥਾਨ, ਗੰਗਾ ਦੇ ਕਿਨਾਰੇ ਦੇ ਉੱਤੇ ਸਥਾਨ ਮਹਾਰਾਜ ਦਾ, ਜਿੱਥੇ ਪਿੱਪਲ ਦਾ ਦਰਖਤ, ਉੱਥੇ ਸਤਿਗੁਰੂ ਬੈਠੇ। ਸ੍ਰੀ ਸਤਿਗੁਰ ਭਗਵਾਨ, ਇਉਂ ਸਤਿਗੁਰੂ ਭਗਵਾਨ ਰੂਪ ਪਰਮੇਸ਼ਰ ਸਰੂਪ ਜੀ ਉੱਥੇ ਬੈਠ ਗਏ। ਸੁਣ ਸੁਣ ਲੋਕ ਹਜ਼ਾਰੋਂ ਆਵੇ, ਤੇ ਸੁਣ ਸੁਣ ਕੇ ਹਜ਼ਾਰਾਂ ਲੋਕ ਪਹੁੰਚ ਰਹੇ ਹਨ। ਚਾਹੋ ਦਿਸ ਭੀਰ ਥਾਉ ਨਹਿ ਪਾਵੇ, ਚਾਰੇ ਪਾਸੇ ਇਕੱਠ ਹੋ ਗਿਆ, ਬੈਠਣ ਨੂੰ ਥਾਂ ਨਹੀਂ ਮਿਲਦੀ ਹੈ। ਖਾਨ ਪਾਨ ਪੁਨ ਕਰ ਬਿਸਰਾਮੇ, ਫਿਰ ਭਾਈ ਅੰਨ ਪਾਣੀ ਛਕ ਕਰਕੇ ਸਭ ਵਿਸ਼ਰਾਮ ਵਿੱਚ ਹੋ ਗਏ। ਜਾਗੇ ਬਹੁਰ ਰਹੀ ਨਿਸ ਜਾਮੇ, ਸਵਾ ਪਹਿਰ ਰਾਤ ਰਹਿੰਦੀ, ਫਿਰ ਜਾਗ ਪਏ ਹਨ। ਸ੍ਰੀ ਗੰਗਾ ਕੇ ਸੁੰਦਰ ਨੀਰ, ਜੋ ਭਾਈ ਗੰਗਾ ਦਾ ਸੋਹਣਾ ਸੁੰਦਰ ਪਾਣੀ ਹੈ। ਕੀਏ ਇਸ਼ਨਾਨ ਸ੍ਰੀ ਸਤਿਗੁਰ ਧੀਰ, ਧੀਰਜਵਾਨ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ। ਬਸਤਰ ਪਹਿਰ ਥਿਰੇ ਸਤਿਗੁਰ ਜਬ, ਜਦੋਂ ਬਸਤਰ ਪਹਿਨ ਕੇ ਮਹਾਰਾਜ ਬੈਠ ਗਏ। ਸ੍ਰੀ ਗੰਗਾ ਪ੍ਰਗਟ ਸਰ ਤੇ ਤਬ, ਤਾਂ ਸੁਭਾਏਮਾਨ ਗੰਗਾ ਜ ਪਾਣੀ ਵਿੱਚੋਂ ਪ੍ਰਗਟ ਹੋ ਗਈ। ਹਾਥ ਜੋੜ ਕਰ ਬੰਦਨ ਠਾਨੀ, ਹੱਥ ਜੋੜ ਕੇ ਨਮਸਕਾਰ ਕੀਤੀ। ਧੰਨ ਧੰਨ ਸਤਿਗੁਰ ਗੁਣ ਖਾਨੀ, ਇਹ ਕਿਹਾ ਹੈ ਸਤਿਗੁਰੂ ਤੁਸੀਂ ਧੰਨ ਹੋ, ਗੁਣਾਂ ਦੀ ਖਾਨ ਹੋ। ਕਾਲ ਕੇ ਨਰ ਬਹੁ ਕਲਖ ਕਮਾਵੇ ਹੈ, ਮਹਾਰਾਜ ਕਲਯੁਗ ਦੇ ਲੋਕ ਬਹੁਤ ਕਲਖ ਪਾਪ ਕਮਾਉਂਦੇ ਨੇ। ਪੁਨਹ ਆਏ ਮੁਝ ਮਾਹਿ ਨਹਾਵੇ ਹੈ, ਤੇ ਫਿਰ ਆ ਕੇ ਮੇਰੇ ਵਿੱਚ ਨਹਾ ਜਾਂਦੇ ਹਨ। ਤਿੰਨ ਪਾਪਨ ਤੇ ਸੰਕਟ ਮੋਹੀ, ਉਹਨਾਂ ਪਾਪਾਂ ਦੇ ਨਾਲ ਮੈਨੂੰ ਬੜਾ ਦੁੱਖ ਹੋਇਆ। ਰਾਵਰ ਚਰਨ ਪਏ ਸੁਧ ਹੋਈ, ਤੇ ਤੁਹਾਡੇ ਮਹਾਰਾਜ ਚਰਨ ਪੈ ਗਏ ਤਾਂ ਮੈਂ ਪਵਿੱਤਰ ਹੋ ਗਈ। ਜੇ ਰਾਵਰ ਪਗ ਇਹਾਂ ਨ ਪਾਤੇ, ਜੇ ਸਤਿਗੁਰੂ ਜੀ ਤੁਸੀਂ ਆਪਣੇ ਚਰਨ ਨਾ ਸਾਡੇ ਆ ਕੇ ਤੀਰਥਾਂ ਤੇ ਪਾਉਂਦੇ, ਤਬ ਹਮ ਸਭੀ ਰਸਾਤਲ ਜਾਤੇ, ਤਾਂ ਅਸੀਂ ਸਾਰਿਆਂ ਨੇ ਨਰਕਾਂ 'ਚ ਰਸਾਤਲ ਵਿੱਚ ਜਾਣਾ ਸੀ। ਤੁਮ ਪਾਵਨ ਪਾਵਨ ਕਰ ਪਾਵਨ, ਤੁਮ ਪਾਵਨ ਪਾਵਨ ਕਰ ਪਾਵਨ, ਤੁਸੀਂ ਆਪਣੇ ਪਵਿੱਤਰ ਚਰਨਾਂ ਨੂੰ ਪਾਉਣਾ ਕੀਤਾ ਹੈ।
ਕਾਲ ਨਾਰ ਪਾਪਨ ਭਾਰ ਨਸਾਵਨ। ਇਹ ਜਦੋਂ ਜਿਹੜੇ ਅਰਥ ਨੇ ਨਾ ਇਸੇ ਤਰ੍ਹਾਂ ਹੀ ਹੁੰਦਾ। 3 ਵਾਰੀ ਪਾਵਨ ਸ਼ਬਦ ਆ ਗਿਆ। ਕਰ ਪਾਵਨ, ਪਾਵਨ ਕਰ ਪਾਵਨ। ਇਹ ਤੁਮ ਪਾਵਨ, ਪਾਵਨ ਕਰ ਪਾਵਨ। ਤੁਸੀਂ, ਤੁਮ, ਪਾਵਨ। ਪਹਿਲੇ ਪਾਵਨ ਦਾ ਅਰਥ ਹੈ ਪਵਿੱਤਰ। ਪਾਵਨ ਦੂਜੇ ਦਾ ਅਰਥ ਹੈ ਪਾਵਨ ਪੈਰ ਚਰਨ। ਕਰ ਪਾਵਨ ਪਾਉਣਾ ਕੀਤੇ। ਉਹਦਾ ਪਾਵਨ ਦਾ ਅਰਥ ਹੈ ਪਾਉਣੇ ਜਾਂ ਚਰਨ ਪਾ ਦਿੱਤੇ। ਤੁਮ ਪਾਵਨ, ਪਾਵਨ ਕਰ ਪਾਵਨ। ਤੁਸੀਂ ਪਵਿੱਤਰ ਚਰਨਾਂ ਨੂੰ ਪਾਉਣਾ ਕੀਤਾ। ਕਾਲ ਨਾਰ ਪਾਪਨ ਭਾਰ ਨਸਾਵਨ। ਤੇ ਕਲਯੁਗ ਦੇ ਲੋਕਾਂ ਦੇ ਜਿਹੜੇ ਪਾਪਾਂ ਦਾ ਭਾਰ ਸੀ ਮੇਰੇ ਵਿੱਚੋਂ ਦੂਰ ਕੀਤਾ। ਅਸ ਪ੍ਰਕਾਰ ਬਹੁ ਉਸਤਤ ਕਰੀ। ਇਸ ਤਰ੍ਹਾਂ ਗੰਗਾ ਨੇ ਗੁਰੂ ਸਾਹਿਬ ਦੀ ਬੇਅੰਤ ਉਸਤਤੀ ਕੀਤੀ। ਬੰਧਨ ਕਰ ਲੁਪਤੀ ਤਿਸ ਘੜੀ। ਤੇ ਬੰਧਨਾ ਕਰਕੇ ਫਿਰ ਉਸ ਘੜੀ ਅਲੋਪ ਹੋ ਗਈ। ਭਈ ਪ੍ਰਭਾਤ ਸਭਨ ਸੁਨ ਲੀਨ। ਸਵੇਰ ਹੋਈ ਸਭ ਨੇ ਸੁਣਿਆ ਹੈ। ਸ੍ਰੀ ਗੋਰੇ ਅਮਰ ਆਗਮਨ ਕੀਨ। ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਆਏ ਹਨ। ਰੇਖ ਮੁਨ ਪੰਡਤ ਤੀਰਥ ਬਾਸੀ। ਰਿਸ਼ੀ ਮੁਨੀ ਵੱਡੇ ਪੰਡਤ ਵਿਦਵਾਨ ਤੀਰਥਾਂ ਦੇ ਵਾਸੀ ਤੀਰਥਾਂ ਪਰ ਆਏ ਹੋਏ। ਸੰਤ ਮਹੰਤ ਅਨਕ ਜਗਿਆਸੀ। ਹੋਰ ਸੰਤ ਮਹੰਤ ਅਨੇਕਾਂ ਜਗਿਆਸੂ ਲੋਕ। ਗ੍ਰਸਤੀ ਅਨਕ ਵੇਖ ਕੇ ਸਾਧੂ। ਫਿਰ ਗ੍ਰਸਤੀ ਕੀ ਹੋਰ ਅਨੇਕਾਂ ਭੇਖਾਂ ਦੇ ਜਿਹੜੇ ਸਾਧੂ ਹਨ। ਦਰਸ਼ਨ ਕਾਰਨ ਗਿਆਨ ਅਗਾਧੂ। ਇਉਂ ਭਾਈ ਗਿਆਨ ਅਗਾਧੂ ਗਿਆਨ ਦੇ ਸਮੁੰਦਰ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਸਤਿਗੁਰ ਚੌਦਿਸ ਪਰਵਾਰੇ। ਸ੍ਰੀ ਸਤਿਗੁਰੂ ਜੀ ਦੇ ਚਾਰੇ ਪਾਸੇ ਇਕੱਠੇ ਹੋਏ। ਕਰ ਜੋਰ ਹੈ ਸਿਰ ਬੰਧਨ ਧਾਰੇ। ਹੱਥ ਜੋੜਦੇ ਨੇ ਸੀਸ ਨਿਵਾਉਂਦੇ ਹਨ ਮਹਾਰਾਜ ਨੂੰ। ਪ੍ਰਸ਼ਨੋਤਰ ਕਰ ਅਨਕ ਪ੍ਰਕਾਰਾ। ਤੇ ਅਨੇਕਾਂ ਤਰ੍ਹਾਂ ਦੀਆਂ ਪ੍ਰਸ਼ਨ ਕਰਦੇ ਆ। ਪ੍ਰਸ਼ਨੋਤਰ ਉੱਤਰ ਪ੍ਰਾਪਤ ਕਰਕੇ ਆਪ ਆਪਣੇ ਮਤ ਅਨੁਸਾਰਾ। ਅਨੇਕਾਂ ਪ੍ਰਸ਼ਨ ਆਪੋ ਆਪਣੀ ਮਤ ਦੇ। ਜਿਸ ਵੀ ਕੋਈ ਮਤ ਦਾ ਸਾਧੂ ਹੈ, ਭੇਖ ਦਾ ਸਾਧੂ ਹੈ, ਉਹੇ ਜੇ ਪ੍ਰਸ਼ਨ ਕਰਦਾ ਹੈ। ਜੇ ਕਰ ਚਰਚਾ ਸਕਲ ਬਖਾਨੋ। ਸੰਤ ਰੇਣ ਜੀ ਕਹਿੰਦੇ ਬੜੀ ਚਰਚਾ ਹੋਈ ਭਾਈ। ਜੇ ਮੈਂ ਉਹ ਸਾਰੀ ਚਰਚਾ ਇੱਥੇ ਲਿਖਣ ਲੱਗਿਆ। ਗ੍ਰੰਥ ਵਧੈ ਜਾਂ ਤੈ ਡਰ ਮਾਨੋ। ਤੇ ਗ੍ਰੰਥ ਬਹੁਤਾ ਵੱਧ ਜੂਗਾ। ਇਸ ਕਰਕੇ ਮੈਂ ਡਰ ਮੰਨਦਾ। ਡਰਦਾ ਹੋਇਆ ਜ਼ਿਆਦਾ ਨਹੀਂ ਵਧਾ ਰਿਹਾ। ਜਥਾ ਜੋਗ ਸਭ ਕੋ ਹਿਤ ਸਾਥ। ਤੇ ਮਹਾਰਾਜ ਨੇ ਜਥਾ ਜੋਗ ਜੋ ਵੀ ਕਿਸੇ ਨੇ ਪ੍ਰਸ਼ਨ ਕੀਤਾ ਸਭ ਨੂੰ ਪ੍ਰੇਮ ਦੇ ਨਾਲ। ਉੱਤਰ ਦੀਨ ਸਦੀਨਾ ਨਾਥ। ਗਰੀਬ ਨਵਾਜ ਗਰੀਬਾਂ ਦੇ ਮਾਲਕ ਸਤਿਗੁਰੂ ਉੱਤਰ ਦੇ ਰਹੇ ਹਨ। ਜਾਣੇ ਸਭ ਨੇ ਗਹਿਰ ਗੰਭੀਰ। ਸਾਰਿਆਂ ਨੇ ਜਾਣਿਆ ਮਹਾਰਾਜ ਬੜੇ ਗਹਿਰ ਗੰਭੀਰ ਨੇ। ਬੜੇ ਗਿਆਨ ਵਿੱਚ ਡੂੰਘੇ ਹਨ। ਇਨ ਕੋ ਥਾਹਾ ਨ ਧੀਰਗ ਧੀਰ। ਇਹਨਾਂ ਦੀ ਕੋਈ ਥਾਂ ਕੋਈ ਅੰਤ ਨਹੀਂ ਹੈ। ਬਹੁਤ ਵੱਡੇ ਧੀਰਜਵਾਨ ਹਨ। ਕਰ ਕਰ ਨਮੋ ਵਿਦਾ ਹੋਏ ਗਏ। ਇਉਂ ਸਭ ਨਮਸਕਾਰਾਂ ਕਰ ਕਰਕੇ ਫਿਰ ਵਿਦਾ ਹੋ ਗਏ। ਕਰਤ ਸਤੁਤ ਮਗ ਗਮਨਤ ਭਏ। ਸਤੁਤ ਦਾ ਭਾਵ ਉਸਤਤ ਕਰਦੇ ਹੋਏ ਆਪਣੇ ਰਸਤੇ ਪੈ ਗਏ ਹਨ। ਸਤਿਗੁਰ ਭੀ ਤਬ ਪਾਏ ਬਹੀਰ। ਫਿਰ ਉਥੋਂ ਸਤਿਗੁਰੂ ਜੀ ਨੇ ਵੀ ਚੱਲਣਾ ਕੀਤਾ। ਗੋਂਦਵਾਲ ਦਿਸ ਆਵਹਿ ਧੀਰ। ਹੁਣ ਗੋਇੰਦਵਾਲ ਸਾਹਿਬ ਵੱਲ ਨੂੰ ਧੀਰਜਵਾਨ ਸਤਿਗੁਰੂ ਹੌਲੀ ਹੌਲੀ ਚੱਲ ਪਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ ਤੀਜੇ ਮਹੱਲੇ ਦੇ ਤੀਰਥਨ ਪ੍ਰਸੰਗ ਵਰਣਨ
ਤੀਰਥਾਂ ਪਰ ਜਾਣ ਦਾ ਪ੍ਰਸੰਗ ਵਰਣਨ ਕੀਤਾ। ਨਾਮ ਨਮਮੋ ਮੰਦਰ ਹੈ। ਇਹ ਭਾਈ 9ਵੇਂ ਘਰ ਦਾ ਪ੍ਰਸੰਗ ਹੈ। 2 ਹੋਰਾ ਅੱਗੇ 10ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹਨ। ਕਰਮ ਕਰਮ ਪੰਥ ਉਲੰਘ ਕਰ ਤਿਸੀ ਗ੍ਰਾਮ ਮੋਆਏ। ਹੁਣ ਹੌਲੀ ਹੌਲੀ ਚਲਦਿਆਂ ਪੰਥ ਲੰਘਦਿਆਂ ਮਹਾਰਾਜ ਉਸ ਨਗਰ ਵਿੱਚ ਆ ਗਏ ਨੇ ਜਿਸ ਨਗਰ ਦਾ ਨਾਮ ਮੇਹੜਾ ਹੈ। ਮੇਹੜੇ ਨਗਰ ਵਿੱਚ ਸਤਿਗੁਰੂ ਜੀ ਪਹੁੰਚੇ ਹਨ। ਪਦਮ ਪਛਾਨਿਓ ਗਨਕ ਜਹੈ ਗੁਰਤਾ ਜਬ ਨਹਿ ਪਾਏ। ਤਾਂ ਉੱਥੇ ਉਹ ਜੋਤਿਸ਼ ਵਿਦਵਾਨ ਵੱਡਾ ਗਨਕ ਜੋਤਿਸ਼ ਵਾਲਾ ਵਿਦਿਆਵਾਨ ਜਿਹੜਾ ਪੰਡਤ ਸੀ, ਮੇਹੜੇ ਪਿੰਡ ਦਾ ਦੁਰਗਾਦਾਸ ਪੰਡਤ ਹੈ। ਤੇ ਉਹ ਜਦੋਂ ਮਹਾਰਾਜ ਦੇ ਉਹਨੇ ਪਦਮ ਦੇਖਿਆ ਸੀ, ਸਾਖੀ ਪਹਿਲਾਂ ਸਰਵਣ ਕੀਤੀ ਹੈ, ਕਿਹਾ ਸੀ ਕਿ ਤੁਸੀਂ ਬਹੁਤ ਵੱਡੇ ਜਾਂ ਤਾਂ ਚੱਕਰਵਰਤੀ ਬਾਦਸ਼ਾਹ ਹੋਵੋਗੇ ਜਾਂ ਬੜੀ ਉੱਚੀ ਪਦਵੀ ਤੇ ਵਿਰਾਜਮਾਨ ਹੋਵੋਗੇ। ਉਦੋਂ ਅਜੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਨਹੀਂ ਸਨ ਆਏ ਮਹਾਰਾਜ। ਤੇ ਮਹਾਰਾਜ ਕਹਿੰਦੇ ਦੱਸ ਬ੍ਰਾਹਮਣ ਭਾਈ ਕੀ ਦਸ਼ਣਾ ਦਈਏ ਤੈਨੂੰ? ਕਹਿੰਦਾ ਮਹਾਰਾਜ ਹੁਣ ਨਹੀਂ ਲੈਣੀ, ਜਦੋਂ ਉੱਚ ਪਦਵੀ ਤੇ ਵਿਰਾਜਮਾਨ ਹੋਵੋਗੇ ਉਦੋਂ ਮੈਂ ਮੰਗਾਂਗਾ, ਉਦੋਂ ਦੇ ਦਿਓ। ਸਤਿਗੁਰੂ ਖੁਸ਼ ਹੋ ਕਹਿੰਦੇ ਪ੍ਰਸੰਨ ਹੋ ਕਹਿੰਦੇ ਠੀਕ ਹੈ ਭਾਈ। ਹੁਣ ਉਦੋਂ ਤਾਂ ਕੋਈ ਇਸ ਤਰ੍ਹਾਂ ਦਾ ਸੀ, ਉਹ ਤਾਂ ਜਦੋਂ ਫਿਰ ਭੇਦ ਲੁਕਿਆ ਹੋਇਆ ਸੀ ਇੱਕ। ਫਿਰ ਦੇਖੋ ਗੁਰੂ ਪਾਤਸ਼ਾਹ ਕੋਲੇ ਆ ਗਏ, ਕਿੱਡੀ ਵੱਡੀ ਪਦਵੀ ਤੇ ਬੈਠ ਗਏ, ਦੀਨ ਦੁਨੀਆ ਦੇ ਮਾਲਕ। ਉਹ ਗੁਰਤਾ ਗੱਦੀ ਪਰਮੇਸ਼ਰ ਸਰੂਪ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਬਰਿਓ ਰੂਪ ਵਿੱਚ ਹੈ। ਤੇ ਜਦੋਂ ਫਿਰ ਮਹਾਰਾਜ ਹੁਣ ਇੱਥੇ ਫੇਰ ਇਸ ਨਗਰ ਵਿੱਚ ਆਏ ਹਨ, ਪਦਮ ਪਛਾਨਿਓ ਗਨਕ ਹੈ। ਜਿਸ ਉਸ ਵਿਦਵਾਨ ਜੋਤਿਸ਼ ਵਾਲੇ ਨੇ ਜਿਹੜਾ ਪਦਮ ਮਹਾਰਾਜ ਦੇ ਚਰਨਾਂ 'ਚ ਪਛਾਣਿਆ ਸੀ, ਗੁਰਤਾ ਜਬ ਨਹਿ ਪਾਈ, ਜਦੋਂ ਅਜੇ ਗੁਰਤਾ ਨਹੀਂ ਸੀ ਪ੍ਰਾਪਤ ਹੋਈ। ਚੌਪਈ ਸੁਣ ਘਰ ਦਿਜ ਆਇਓ ਗੁਰ ਪਾਸ। ਉਹ ਸੁਣ ਕੇ ਪੰਡਤ ਗੁਰੂ ਸਾਹਿਬ ਜੀ ਦੇ ਕੋਲ ਆਇਆ ਹੈ ਬ੍ਰਾਹਮਣ। ਬੰਦਨ ਕਰ ਭਾਖੀ ਅਰਦਾਸ। ਤੇ ਨਮਸਕਾਰ ਕਰਕੇ ਸਤਿਗੁਰਾਂ ਨੂੰ ਅਰਦਾਸ ਬੇਨਤੀ ਕਹੀ। ਮਨ ਬਾਂਛਤ ਮੋਹ ਕੋ ਅਬ ਦੀਜੈ। ਕਿਉਂਕਿ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵਿਸਥਾਰ ਨਾਲ ਲਿਖਿਆ ਕਿ ਉਹਨੇ ਦੇਖਿਆ ਇਕੱਠ ਬਹੁਤ ਹੈ ਤੇ ਪੁੱਛਿਆ ਸੀ ਇਹ ਕੌਣ ਹਨ। ਇਕੱਠ ਦੇਖ ਕੇ ਇਹ ਕਿਹੜੇ ਆ ਜਿਹੜੇ ਤੁਸੀਂ ਇੰਨਾ ਇਕੱਠ ਕੀਤਾ ਹੈ, ਕੌਣ ਨੇ ਇਹ? ਤਾਂ ਉਸ ਸਮੇਂ ਸੰਗਤਾਂ ਨੇ ਦੱਸਿਆ ਸੀ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ। ਹੁਣ ਉਸ ਸਮੇਂ ਫਿਰ ਕਿਉਂਕਿ ਅਜੇ ਤਾਂ ਕੋਈ ਇਸ ਤਰ੍ਹਾਂ ਦਾ ਭਾਵ ਨਹੀਂ ਸੀ, ਉਹ ਫਿਰ ਅੱਗੇ ਨੂੰ ਹੋਇਆ ਦੇਖਣ ਵਾਸਤੇ ਇਹੋ ਜਿਹੇ ਕੌਣ ਹੈ, ਦੇਖੀਏ ਆਪਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਕਿਹੜੇ ਨੇ ਇਹ ਗੁਰੂ ਅਮਰਦਾਸ ਜੀ, ਇਹਨਾਂ ਦੇ ਦਰਸ਼ਨ ਕਰੀਏ। ਤਾਂ ਫਿਰ ਅੱਗੇ ਹੋਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਨੂੰ, ਤੇ ਗੁਰੂ ਸਾਹਿਬ ਨੂੰ ਉਹਨੇ ਪਛਾਣ ਲਿਆ ਵੀ ਇਹ ਤਾਂ ਉਹੀ ਗੁਰੂ ਸਾਹਿਬ ਹਨ। ਕੋਈ ਸਮਾਂ ਸੀ ਫਿਰ ਮਹਾਰਾਜ ਨੂੰ ਅੱਗੇ ਹੋ ਕੇ ਬੇਨਤੀ ਕੀਤੀ, ਜੀ ਮੈਂ ਉਹੀ ਬ੍ਰਾਹਮਣ ਵਿਦਵਾਨ ਪੰਡਤ ਹਾਂ, ਜਦੋਂ ਤੁਸੀਂ ਇਸ ਤਰ੍ਹਾਂ ਇੱਥੇ ਰੁਕੇ ਸੀ ਮੇੜੇ ਨਗਰ ਤੇ ਪਦਮ ਤੁਹਾਡਾ ਦੇਖ ਕੇ ਮੈਂ ਗੱਲ ਕਹੀ ਸੀ। ਅੱਜ ਮਹਾਰਾਜ ਤੁਸੀਂ ਦੇਖੋ ਵੱਡੀ ਪਦਵੀ ਤੇ ਵਿਰਾਜਮਾਨ ਹੋ, ਹੁਣ ਮੈਨੂੰ ਕਿਰਪਾ ਕਰੋ ਜੀ। ਅਰਦਾਸ ਕੀਤੀ। ਮਨ ਬਾਂਛਤ ਮੋਹ ਕੋ ਅਬ ਦੀਜੈ। ਹੁਣ ਮੈਨੂੰ ਮਨ ਇੱਛਤ ਫਲ ਜਿਹੜਾ ਇੱਛਾ ਜੋ ਤੁਸੀਂ ਕਿਹਾ ਸੀ ਦਛਣਾ ਮੈਂ ਮੰਗ ਰਿਹਾ, ਮੈਨੂੰ ਮਨ ਇੱਛਤ ਵਸਤੂ ਬਖਸ਼ਿਸ਼ ਕਰੋ। ਪ੍ਰਥਮ ਕਹਿਓ ਸਿਮਰਨ ਸੋ ਕੀਜੈ। ਜਿਹੜਾ ਤੁਸੀਂ ਪਹਿਲਾਂ ਬਚਨ ਕੀਤਾ ਸੀ ਉਹ ਯਾਦ ਕਰੋ। ਸੁਨ ਸਤਿਗੁਰ ਹੋਏ ਕਿਰਪਾਲ। ਸੁਣ ਕੇ ਸਤਿਗੁਰੂ ਜੀ ਕਿਰਪਾਲੂ ਹੋਏ। ਕਹਿਤ ਭਏ ਬਚ ਗਨ ਕਹਿ ਨਾਲ। ਇਉਂ ਉਸ
ਗਨ ਕੈ ਵਿਦਵਾਨ ਜੋਤਸ਼ੀ ਨੂੰ ਮਹਾਰਾਜ ਬਚਨ ਕਹਿਣ ਲੱਗੇ, ਆਬ ਮਨ ਬਾਛਤ ਜੋ ਕੁਛ ਤੇਰੇ। ਚੰਗਾ ਭਾਈ, ਹੁਣ ਜੋ ਵੀ ਕੋਈ ਮਨ ਦੀ ਇੱਛਾ ਹੈ ਤੇਰੀ, ਸੋ ਲੀਜੈ ਅਬ ਅਹੈ ਨ ਦੇਰੇ। ਉਹ ਹੁਣ ਤੂੰ ਪ੍ਰਾਪਤ ਕਰ ਲੈ, ਦੇਰ ਨਹੀਂ ਹੋਵੇਗੀ। ਭਾਵ ਕੋਈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚੋਂ ਬਖਸ਼ਿਸ਼ ਹੁੰਦਿਆਂ ਕੋਈ ਦੇਰ ਤਾਂ ਲੱਗਦੀ ਨਹੀਂ ਹੈ। ਲੋਕ ਬਿਖੈ ਸੁਖ ਅਨਕ ਪ੍ਰਕਾਰਾ। ਕਹਿੰਦੇ ਮਹਾਰਾਜ ਕਹਿੰਦੇ ਵੀ ਦੇਖ ਲੈ, ਲੋਕ ਦੇ ਸੁੱਖ ਚਾਹੀਦੇ ਆ ਜੋ ਅਨੇਕਾਂ ਪ੍ਰਕਾਰ ਦੇ ਸੁੱਖ ਨੇ। ਸੁੱਤ ਬਿਤ ਆਦਿਕ ਸੁੰਦਰ ਦਾਰਾ, ਜਿਹਦੇ ਵਿੱਚੋਂ ਪੁੱਤਰ ਧਨ ਸੁੰਦਰ ਇਸਤਰੀ। ਜੇ ਕਰ ਜਗ ਕੇ ਸੁਖ ਨਹਿ ਚਾਹੈ। ਇਹ ਲੈ ਲਾ, ਜੇ ਭਾਈ ਜਗਤ ਦੇ ਸੁਖ ਨਹੀਂ ਚਾਹੁੰਦਾ, ਨਾਸ਼ਵੰਤ ਲਖ ਨਹਿ ਥਿਰਤਾ ਹੈ। ਤੇ ਜੇ ਨਾਸ਼ਵੰਤ ਜਾਣ ਕੇ ਸੋਚਦਾ ਇਹ ਤਾਂ ਭਾਈ ਹਮੇਸ਼ਾ ਨਹੀਂ ਰਹਿਣੇ। ਤਉ ਪਰਲੋਕ ਅਚਲ ਸੁਖ ਸਾਰੀ। ਤਾਂ ਭਾਈ ਪ੍ਰਲੋਕ ਦੇ ਸੁੱਖ ਲੈ ਲਾ, ਜਿਹੜੇ ਅਚਲ ਸੁੱਖ ਨੇ, ਚਲਾਏ ਮਾਨੀ ਸਭ ਸ੍ਰੇਸ਼ਟ ਸੁੱਖ। ਜਨਮ ਮਰਨ ਨਹਿ ਸੰਕਟ ਭਾਰੀ। ਜੇ ਉਹ ਮਿਲ ਜਾਣਗੇ, ਮਹਾਰਾਜ ਕਹਿੰਦੇ ਜਨਮ ਮਰਨ ਨਹੀਂ ਹੋਵੇਗਾ ਤੇ ਵੱਡੇ ਜਿਹੜੇ ਦੁੱਖ ਸੰਕਟ ਨੇ ਉਹ ਵੀ ਕੱਟੇ ਜਾਣਗੇ। ਰੁਚਹਿ ਜੇ ਮਨ ਮਹਿ ਜਾਚੋ ਸੋਏ। ਜਿਹੜੀ ਵੀ ਭਾਈ ਕੋਈ ਲੋਕ ਦੇ ਸੁੱਖਾਂ ਦੀ ਇੱਛਾ ਉਹ ਦੱਸਦੇ, ਪ੍ਰਲੋਕ ਦੇ ਸੁੱਖਾਂ ਦੀ ਇੱਛਾ ਹੈ। ਰੁਚਹਿ ਜੇ ਮਨ ਮੈਂ, ਜਿਹੜੀ ਕੋਈ ਤੇਰੇ ਮਨ ਵਿੱਚ ਰੁਚੀ ਹੈ, ਜਾਚੋ ਸੋਈ ਮੰਗ ਲੈ। ਨੀਕੇ ਲੇਹੋ ਵਿਚਾਰ ਕਰ ਜੋਏ। ਚੰਗੀ ਤਰ੍ਹਾਂ ਭਾਈ ਇਸ ਗੱਲ ਦੀ ਵਿਚਾਰ ਕਰ ਲਾ। ਲੋਕ ਪਰਲੋਕ ਮਹਾ ਸੁਖ ਜੋਈ। ਜੋ ਲੋਕ ਪਰਲੋਕ ਦੇ ਮਹਾਨ ਸੁਖ ਹਨ, ਲੀਜੈ ਏਕ ਜਾਚ ਕਰ ਸੋਈ। ਮਹਾਰਾਜ ਕਹਿੰਦੇ ਵੀ ਇੱਕ ਮੰਗ ਲੈ, ਕੋਈ ਵੀ ਜਾਚਨਾ ਕਰ ਲੈ, ਲੈ ਲਾ। ਜਿਨ੍ਹਾਂ ਲੋਕ ਦੇ ਸੁੱਖ ਲੈਣੇ ਆ ਲੋਕ ਦੇ ਸੁੱਖ ਲੈ ਲਾ, ਪ੍ਰਲੋਕ ਦੇ ਸੁੱਖ ਲੈਣੇ ਆ ਪ੍ਰਲੋਕ ਦੇ ਲੈ ਲਾ। ਜੋ ਚਾਹੁਣਾ ਹੈ ਮੰਗ ਲੈ। ਸੁਣ ਕੈ ਦਿਜ ਹੋਇਓ ਤਬ ਦੀਨ। ਇਹ ਸੁਣ ਕੇ ਜਿਹੜਾ ਉਹ ਪੰਡਤ ਸੀ ਬੜਾ ਨਿਮਾਣਾ ਦੀਨ ਹੋ ਕੇ, ਦ્વੈ ਲੋਕਨ ਸੁਖ ਲਾਲ ਸਕੀਨ। ਉਹਨੇ ਦੋਵੇਂ ਲੋਕਾਂ ਦੇ ਸੁੱਖਾਂ ਦੀ ਲਾਲਸਾ ਕੀਤੀ। ਦਿਜੋ ਵਾਚ ਛੰਦ। ਇਹ ਗੁਰਮੁਖੋ ਛੰਦ ਜਿਹੜਾ ਹੈ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਤੇ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਨੇ ਉਹੀ ਜਿਹੜਾ ਕਵੀ ਸੰਤੋਖ ਸਿੰਘ ਜੀ ਵਾਲਾ ਇਹ ਛੰਦ ਹੈ। ਕੀ ਮੰਗਿਆ ਸੀ ਉਹਨੇ ਆਪਣੇ ਇਸ ਇਤਿਹਾਸ ਵਿੱਚ ਦਰਜ ਕੀਤਾ ਹੈ। ਦਿਜੋ ਵਾਚ ਛੰਦ। ਦਿਜੋ ਵਾਚ ਭਾਵ ਕਿ ਉਸ ਪੰਡਤ ਨੇ ਕੀ ਮੰਗਿਆ ਉਹ ਦੱਸ ਰਹੇ ਹਨ। ਨਾਮ ਦੇਹ ਧਨ ਦੇਹ ਨ ਜਨ ਕੋ। ਹੁਣ ਸਵਾਲ ਹੋ ਗਿਆ, ਕੀ ਮੰਗੀਏ, ਲੋਕ ਦੇ ਸੁੱਖ ਕਿ ਪਰਲੋਕ ਦੇ? ਤਾਂ ਦੋਵੇਂ ਪਾਸੇ ਹੋ ਜਾਂਦੇ ਨੇ। ਮਨ ਵਿੱਚ ਹੋਇਆ ਵਿਦਵਾਨ ਸੀ, ਉਹ ਗ੍ਰੰਥ ਪੜ੍ਹਿਆ ਹੋਇਆ ਸੀ, ਉਹਨੂੰ ਮੰਗਣਾ ਆਉਂਦਾ ਸੀ। ਨਾਮ ਦੇ ਧਨ ਦੇ ਨ ਜਨ ਕੋ। ਕਹਿੰਦਾ ਮਹਾਰਾਜ ਵੀ ਅਗਰ ਸੇਵਕ ਨੂੰ ਨਾਮ ਦੀ ਦਾਤ ਦੇਤੀ, ਧਨ ਨਾ ਦਿੱਤਾ ਆਪਣੇ ਸੇਵਕ ਨੂੰ, ਧਨ ਬਹੀਨ ਜਨ ਜਗ ਨਾ ਸੁਹਾਏ। ਤਾਂ ਫਿਰ ਧਨ ਤੋਂ ਬਿਨਾ ਮਹਾਰਾਜ ਜਿਹੜਾ ਸੇਵਕ ਹੈ ਉਹ ਜਗਤ ਵਿੱਚ ਸ਼ੋਭਾ ਨਹੀਂ ਪਾਉਂਦਾ। ਜੇ ਨਾਮ ਤਾਂ ਹੈ, ਧਨ ਹੈ ਨਹੀਂ ਕੋਲੇ, ਫਿਰ ਐਵੇਂ ਕਿਸੇ ਦੀਆਂ ਮਥਾਜੀਆਂ 20 ਕੁਝ ਲੋਕ ਬੋਲਦੇ ਆ ਫਿਰਦਾ ਵੱਡਾ ਨਾਮ ਜਪਿਆ, ਦਵਾਨੀ ਕੋਲੇ ਨਹੀਂ ਹੁਣ ਮੰਗਦਾ ਤੁਰਿਆ। ਇੰਨਾ ਕੁਛ ਮਹਾਰਾਜ ਬੋਲਣਗੇ, ਜਗ 'ਚ ਸ਼ੋਭਾ ਤਾਂ ਨਹੀਂ ਰਹੀ। ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਮਹਾਰਾਜ ਸੇਵਕ ਫਿਰ ਧਨ ਤੋਂ ਬਿਨਾ ਜਗਤ ਵਿੱਚ ਨਹੀਂ ਸੋਂਦਾ ਹੈ। ਜੇ ਧਨ ਦੇਹ ਨਾਮ ਨਹਿ ਦੇਵੈ। ਹੁਣ ਧਨ ਹੈ ਲੋਕ ਦਾ ਸੁੱਖ ਤੇ ਨਾਮ ਹੈ ਪ੍ਰਲੋਕ ਦਾ ਸੁੱਖ। ਮਹਾਰਾਜ ਜੇ ਧਨ ਦੇ ਦੇਵੇ ਨਾਮ ਨਾ ਦੇਵੇ, ਜੇ ਧਨ ਦੇ ਨਾਮ ਨਾ ਦੇਵੇ, ਕਿਹੜਾ ਛੱਡੀਏ ਤੇ ਕਿਹੜਾ ਮੰਗੀਏ?
ਜੇ ਧਨ ਦੇਤਾ ਨਾਮ ਨਾ ਦਿੱਤਾ। ਨਾਮ ਬਿਨਾ ਜਨ ਜਮਪੁਰ ਜਾਏ। ਤੇ ਨਾਮ ਤੋਂ ਬਿਨਾ ਫਿਰ ਪ੍ਰਲੋਕ ਚ ਦੁਖੀ ਹੋਊਗਾ, ਸੇਵਕ ਜਮਾਂ ਦੀ ਪੁਰੀ ਜਾਂ ਨਰਕਾਂ ਚ ਜਾਊਗਾ। ਤੁਮ ਪਹਿ ਕਹੀ ਨਹੀਂ ਬਨ ਆਵੇ। ਇਸ ਕਰਕੇ ਮਹਾਰਾਜ ਜੀ ਹੁਣ ਤੁਹਾਡੇ ਕੋਲੇ ਮੇਰੇ ਤੋਂ ਕਿਹਾ ਨਹੀਂ ਜਾਂਦਾ, ਮੈਨੂੰ ਕਹਿਣਾ ਨਹੀਂ ਬਣ ਆਉਂਦਾ, ਕੀ ਛੱਡਾਂ ਤੇ ਕੀ ਮੰਗਾਂ। ਜਿਵ ਭਾਵੈ ਤਿਮ ਬਨਤ ਬਨਾਏ। ਮਹਾਰਾਜ ਹੁਣ ਤੁਸੀਂ ਦੇਖ ਲਓ ਵੀ ਮੈਨੂੰ ਇੱਥੇ ਮੇਰੇ ਜੇ ਤਾਂ ਜਗਤ ਵਿੱਚ ਸ਼ੋਭਾ ਕਰਵਾਉਣੀ ਹੈ ਕਿ ਜਾਂ ਪਰਲੋਕ, ਕਿਵੇਂ ਕਰਨਾ ਹੈ ਮਹਾਰਾਜ ਤੁਸੀਂ ਵੇਖ ਲਓ। ਜਿਵ ਭਾਵੈ ਤਿਮ ਬਨਤ ਬਣਾਏ। ਜਿਵੇਂ ਤੁਹਾਨੂੰ ਭਾਉਂਦਾ ਹੈ ਉਵੇਂ ਬਣਤੀ ਬਣਾ ਦਿਓ। ਮੈਨੂੰ ਤਾਂ ਹੁਣ ਦੋਨੇ ਪਾਸੇ ਹੀ ਠੀਕ ਲੱਗਦੇ ਆ। ਇਹ ਜਗਤ 'ਚ ਵੀ ਧਨ ਵੀ ਚਾਹੀਦਾ ਹੈ। ਜਗਤ ਵਿੱਚ ਜੇ ਧਨ ਨਾ ਹੋਵੇ ਇੱਥੇ ਕੋਈ ਮਾਣ ਸਤਿਕਾਰ ਨਹੀਂ, ਪਰ ਨਾਮ ਵੀ ਚਾਹੀਦਾ। ਮਹਾਰਾਜ ਨਾਮ ਨਾ ਹੋਇਆ ਨਰਕਾਂ 'ਚ ਜਾਊਂ। ਤੁਮ ਪਹਿ ਕਹੀ ਨਹੀਂ ਬਨ ਆਵੇ। ਹੁਣ ਤੁਹਾਨੂੰ ਕਹਿਣਾ ਨਹੀਂ ਬਣ ਆਉਂਦਾ। ਜਿਵ ਭਾਵੈ ਤਿਮ ਬਨਤ ਬਨਾਏ। ਜਿਵੇਂ ਭਾਉਂਦਾ ਸਤਿਗੁਰੂ ਜੀ ਉਸੇ ਤਰ੍ਹਾਂ ਤੁਸੀਂ ਆਪ ਹੀ ਬਣਤ ਬਣਾ ਦਿਓ। ਸ੍ਰੀ ਗੁਰ ਅਮਰ ਅਮਰ ਪਤ ਹੋ ਤੁਮ। ਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਅਮਰਪਤ ਸਾਰੇ ਦੇਵਤਿਆਂ ਦੇ ਪਤੀ ਹੋ। ਤੁਮ ਦੋਨੋਂ ਨਿਰਮਲ ਪੰਥ ਚਲਾਏ। ਤੁਸੀਂ ਤੇ ਦੋਨੋਂ ਹੀ ਨਿਰਮਲ ਪੰਥ ਚਲਾਏ। ਲੋਕ ਦੇ ਸੁੱਖ ਵੀ ਤੇ ਪ੍ਰਲੋਕ ਦੇ ਵੀ। ਲੋਕ ਵੀ ਸੁਹੇਲਾ ਕਰਦੇ ਹੋ, ਪ੍ਰਲੋਕ ਵੀ ਸੁਹੇਲਾ ਕਰਨ ਵਾਲੇ ਹੋ। ਚੌਪਈ ਪੇਖ ਸਤਿਗੁਰ ਦਿਜ ਕੀ ਚਤੁਰਾਈ। ਇਹ ਵੇਖ ਕੇ ਸਤਿਗੁਰੂ ਜੀ ਨੇ ਉਸ ਪੰਡਤ ਵਿਦਵਾਨ ਦੀ ਸਿਆਣਪ, ਇੱਥੇ ਚਤੁਰਾਈ ਦਾ ਭਾਵ ਹੈ ਸਿਆਣਪ, ਭਏ ਪ੍ਰਸੰਨ ਤਨਕ ਮੁਸਕਾਈ। ਮਹਾਰਾਜ ਪ੍ਰਸੰਨ ਹੋਏ, ਥੋੜਾ ਜਿਹਾ ਖੁਸ਼ ਹੋਏ, ਮੁਸਕਰਾਏ ਹਨ। ਕਹਿਓ ਬਾਕ ਦੋਨੋਂ ਤੁਮ ਲੇਵੋ। ਤੇ ਬਚਨ ਕਿਹਾ ਐ ਦੁਰਗਾ ਦਾਸ ਪੰਡਤ ਫਿਰ ਤੂੰ ਭਾਈ ਦੋਵੇਂ ਹੀ ਸੁੱਖ ਲੈ ਲਾ। ਪ੍ਰਾਪਤ ਹੋਇ ਸੁਖ ਅਬ ਹੈ ਅਛੇਵੋ। ਮਹਾਰਾਜ ਕਹਿੰਦੇ ਪ੍ਰਾਪਤ ਹੋ ਜਾਣੇ ਤੈਨੂੰ ਸਾਰੇ ਸੁੱਖ ਹੁਣੇ ਹੀ। ਤੂੰ ਭਾਈ ਤੈਨੂੰ ਇਹ ਅਛੇਵੋ ਦਾ ਭਾਵ ਹੈ ਹੁਣੇ, ਇਹ ਤੈਨੂੰ ਹੁਣੇ ਹੀ ਮਹਾਰਾਜ ਕਹਿੰਦੇ ਪ੍ਰਾਪਤ ਹੋ ਜਾਣੇ। ਅੰਤ ਸਮੇਂ ਜਮ ਜੈ ਨਹਿ ਦਰਸੈ ਹੋ। ਅੰਤ ਦੇ ਸਮੇਂ ਤੂੰ ਜਮਾਂ ਨੂੰ ਨਹੀਂ ਵੇਖੇਗਾ। ਪੁੰਨਵਾਨ ਕੇ ਲੋਕ ਸਦੈ ਹੋ। ਪੁੰਨਵਾਨ ਹੋ ਕੇ ਜਿੱਥੇ ਪੁੰਨੀ ਲੋਕ ਜਾਂਦੇ ਉਸ ਲੋਕ ਵਿੱਚ ਜਾਵੇਂਗਾ। ਬਰ ਲੈ ਕਰ ਦੇ ਜਬਰ ਹਰ ਖਾਇਓ। ਮਹਾਰਾਜ ਨੇ ਲੋਕ ਦੇ ਵੀ ਸੁੱਖ ਤੇ ਪ੍ਰਲੋਕ ਦੇ ਵੀ ਸੁੱਖ ਬਖਸ਼ ਦਿੱਤੇ। ਬਰ ਲੈ ਕੇ ਦੇ ਜਬਰ। ਉਹ ਬ੍ਰਾਹਮਣ ਬਹੁਤ ਖੁਸ਼ ਹੋਇਆ। ਜਨਮ ਮਰਨ ਸੰਦੇਹ ਮਿਟਾਇਓ। ਤੇ ਜਨਮ ਮਰਨ ਦਾ ਸ਼ੰਕਾ ਜਿਹੜਾ ਦੂਰ ਕਰ ਲਿਆ ਹੈ। ਨਮਸਕਾਰ ਕਰ ਸਦਨ ਸਿਧਾਰਾ। ਨਮਸਕਾਰ ਕਰਕੇ ਆਪਣੇ ਘਰ ਨੂੰ ਚਲਿਆ ਗਿਆ। ਤਬ ਤੇ ਪ੍ਰਾਪਤ ਸੁਖ ਹੈ ਉਦਾਰਾ। ਉਦੋਂ ਤੋਂ ਭਾਈ ਬੇਅੰਤ ਨੂੰ ਸੁੱਖ ਜਿਹੜੇ ਪ੍ਰਾਪਤ ਹੋ ਗਏ। ਧਨ ਆਉਣਾ ਸ਼ੁਰੂ ਹੋ ਗਿਆ। ਘਰ ਪਰਿਵਾਰ ਬਾਲ ਬੱਚੇ, ਚੰਗਾ ਘਰ ਮਹਿਲ, ਸੋਹਣਾ ਰਹਿਣ ਸਹਿਣ ਤੇ ਨਾਲ ਵਾਹਿਗੁਰੂ ਦੀ ਬੰਦਗੀ। ਇਹ ਦੋ ਚੀਜ਼ਾਂ ਜਿਹੜੀਆਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਹੁੰਦੀਆਂ। ਕਈ ਵਾਰ ਘਰ ਬਹੁਤ ਸੋਹਣਾ ਹੈ, ਬਾਲ ਬੱਚੇ ਪਰਿਵਾਰ ਧਨ ਹੈਗਾ, ਪਰ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ। ਤੇ ਕਈ ਨਾਮ ਜਪਦੇ ਹਨ ਪਰ ਸੰਸਾਰ ਦੇ ਵਿੱਚ ਧਨ ਪਦਾਰਥ ਉਹ ਨਹੀਂ ਹੁੰਦਾ। ਇਹ ਦੋਨੇ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਕੇ ਪ੍ਰਾਪਤ ਹੋ ਸਕਦੀਆਂ। ਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ। ਇਉਂ ਭਾਈ ਉਸਨੇ ਬਰ ਲੈ ਕਰ ਦਿਜ ਬਰ ਹਰ ਖਾਇਓ। ਜਿਹੜਾ ਪੰਡਤ ਹੈ ਉਹ ਬਹੁਤ ਖੁਸ਼ ਹੋਇਆ। ਜਨਮ ਮਰਨ ਸੰਦੇਹ ਮਿਟਾਇਓ। ਜਨਮ ਮਰਨ ਦਾ ਸ਼ੰਕਾ ਖਤਮ ਕਰ ਲਿਆ। ਨਮਸਕਾਰ ਕਰ ਸਦਨ ਸੁਧਾਰਾ। ਨਮਸਕਾਰ ਕਰਕੇ ਘਰ ਨੂੰ ਗਿਆ। ਤਬ ਤੇ ਪ੍ਰਾਪਤ ਸੁਖ ਹੈ ਉਦਾਰਾ। ਤਬ ਤੇ ਪ੍ਰਾਪਤ ਸੁਖ ਹੈ ਉਦਾਰਾ। ਉਦੋਂ ਤੋਂ ਭਾਈ ਮਹਾਨ ਸੁਖ ਉਸ ਨੂੰ ਮਿਲ ਗਏ। ਅੰਤ ਸਮਾਂ ਜਬ ਪ੍ਰਾਪਤ ਹੋਵਾ।
ਜਦੋਂ ਉਹਦਾ ਅੰਤ ਦਾ ਸਮਾਂ ਆਇਆ, ਗੁਰ ਚਰਨਨ ਮਹਿ ਪਹੁੰਚਨ ਹੋਵਾ। ਗੁਰੂ ਚਰਨਾਂ ਦੇ ਵਿੱਚ ਉਹਦਾ ਵਾਸਾ ਹੋ ਗਿਆ ਪ੍ਰਲੋਕ ਵਿੱਚ। ਤਾਹਾਂ ਰਾਤਰ ਬਸ ਕਰ ਗੋਸਾਈ। ਉਸ ਮੇੜੇ ਨਗਰ ਦੇ ਵਿੱਚ ਰਾਤ ਬਤੀਤ ਕਰਕੇ ਮਾਲਕ ਸਤਿਗੁਰੂ ਭਈ ਪ੍ਰਾਤ ਗਮਨੇ ਅਗਵਾਈ। ਤੇ ਇਉਂ ਅੱਗੇ ਭਾਈ ਜਦੋਂ ਸਵੇਰ ਹੋਈ ਚੱਲ ਪਏ। ਜਮਨਾ ਉਲੰਘੇ ਦੇਸ ਅਗਾਰੇ। ਤਿਉਂ ਜਮਨਾ ਲੰਘ ਕੇ ਅਗਲਾ ਦੇਸ਼ ਲੰਘ ਗਏ। ਪੁਨ ਆਏ ਸਤਲੁਦਰ ਕਿਨਾਰੇ। ਫਿਰ ਸਤਲੁਜ ਦੇ ਕਿਨਾਰੇ ਆ ਗਏ ਹਨ। ਚੜ ਤਰਨੀ ਪਰ ਹੋਏ ਪਾਰ। ਬੇੜੇ ਪਰ ਚੜ ਕੇ ਅੱਗੇ ਪਾਰ ਹੋ ਗਏ। ਦੇਸ਼ ਦੁਆਬੇ ਕੇਰ ਮਝਾਰ। ਦੁਆਬੇ ਦੇਸ਼ ਦੇ ਵਿੱਚ ਪਹੁੰਚ ਗਏ। ਸਨੈ ਸਨੈ ਜਬ ਲੰਘਿਓ ਸਾਰੇ। ਹੌਲੀ ਹੌਲੀ ਫਿਰ ਸਾਰਾ ਦੁਆਬਾ ਵੀ ਲੰਘ ਗਏ। ਧੀਰ ਵਿਪਾਸਾ ਆਨ ਨਿਹਾਰੇ। ਤੇ ਵਿਪਾਸਾ ਬਿਆਸ ਦਾ ਕਿਨਾਰਾ ਆ ਵੇਖਿਆ। ਗੋਇੰਦਵਾਲ ਜਬੈ ਸੁਧ ਆਈ। ਇਧਰ ਗੋਇੰਦਵਾਲ ਸਾਹਿਬ ਜਦੋਂ ਖਬਰ ਪਹੁੰਚੀ, ਰਾਮਦਾਸ ਲੋ ਨਰ ਸਮਧਾਈ। ਤਾਂ ਗੁਰੂ ਰਾਮਦਾਸ ਜੀ ਸਾਰੇ ਹੋਰ ਲੋਕਾਂ ਨੂੰ ਲੈ ਕੇ ਜੁਤ ਉਤਸ਼ਾਹ ਅਗਾਰੀ ਚਾਲੇ। ਬਹੁਤ ਉਤਸ਼ਾਹ ਦੇ ਸਮੇਤ ਅੱਗੇ ਚੱਲੇ ਹਨ ਲੈਣ ਵਾਸਤੇ। ਪਠੈ ਸ਼ਬਦ ਕਰ ਪ੍ਰੇਮ ਵਿਸਾਲੇ। ਤੇ ਬਹੁਤ ਪ੍ਰੇਮ ਕਰਦਿਆਂ ਬਾਣੀ ਪੜ੍ਹਦੇ ਜਾਂਦੇ। ਦਰਸ਼ਨ ਕਰੇ ਜਾਏ ਸੁਖ ਰਾਸੀ। ਇਉਂ ਭਾਈ ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਸਤਿਗੁਰੂ ਦੇ ਜਾ ਦਰਸ਼ਨ ਕੀਤੇ। ਧਰਹਿ ਅਕੋਰ ਚਰਨ ਕੇ ਪਾਸੀ। ਗੁਰੂ ਸਾਹਿਬ ਦੇ ਚਰਨਾਂ ਕੋਲ ਅਕੋਰ ਨਾਮ ਭੇਟਾ ਹੈ। ਭੇਟਾਵਾਂ ਧੜੀਆਂ ਹਨ। ਸਭ ਕੀ ਕੁਸ਼ਲ ਭੂਜ ਸਤਕਾਰੇ। ਇਹ ਸਭ ਦੇ ਸੁੱਖ ਆਨੰਦ ਪੁੱਛ ਕਰਕੇ ਸਤਕਾਰ ਨਾਲ ਚੜੇ ਤਰੀ ਪਾਰੇ ਉਤਰੇ ਪਾਰੇ। ਬੇੜੀ ਪਰ ਚੜ ਕੇ ਭਾਈ ਇੱਧਰ ਪਾਰ ਉਤਰਿਆ। ਇਹ ਭਾਵ ਫਿਰ ਮਹਾਰਾਜ ਗੋਇੰਦਵਾਲ ਸਾਹਿਬ ਜਾ ਪਹੁੰਚੇ। ਪੁਰ ਮਹਿ ਪਰਵਸੇ ਮੰਗਲ ਕਰਤੇ। ਸਾਰੀਆਂ ਸੰਗਤਾਂ ਖੁਸ਼ੀਆਂ ਦੇ ਮੰਗਲ ਕਰਦਿਆਂ ਨਗਰ ਵਿੱਚ ਪਹੁੰਚੇ ਹਨ। ਦਰਸਹਿ ਯਾਤਰੀ ਹਰਖ ਸੋ ਧਰਤੇ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਭਾਈ ਖੁਸ਼ੀਆਂ ਧਾਰਦੇ ਨੇ। ਆਏ ਬਿਰਾਜੇ ਆਪਨ ਸਥਾਨਾ। ਆਪਣੇ ਸਥਾਨ ਭਰਿਆ ਬਿਰਾਜੇ ਹਨ। ਜੋ ਗ੍ਰਾਮਨ ਸਿੱਖ ਗੇ ਨਿਜ ਥਾਨਾ। ਜਿਹੜੇ ਹੋਰ ਨਗਰਾਂ ਦੇ ਸਿੱਖ ਸਾਨੂੰ ਆਪਣੇ ਅਸਥਾਨਾਂ ਪਰ ਚਲੇ ਗਏ ਹਨ। ਦੋਹਰਾ ਧਰਮ ਧੁਰੰਦਰ ਅਮਰ ਗੁਰ। ਸਦਾ ਚਹਿਤ ਉਪਕਾਰ। ਧਰਮ ਧੁਰੰਦਰ, ਧੁਰੰਦਰ ਕਹਿੰਦੇ ਨੇ ਤੁਜਾ। ਤੇ ਧੁਰੰਦਰ ਗੁਰਮੁਖੋ ਪੰਡਤ ਨੂੰ ਵੀ ਕਹਿੰਦੇ ਆ। ਇੱਥੇ ਧਰਮ ਦੇ ਤੁਜਾ ਤੇ ਧਰਮ ਦੇ ਪੰਡਤ। ਧਰਮ ਦਾ ਪ੍ਰਮੁੱਖ ਧੁਰੰਦਰ ਤੁਜਾ ਹੈ। ਧਰਮ ਦੇ ਤੁਜਾ ਅਮਰ ਗੁਰ ਸ੍ਰੀ ਗੁਰੂ ਅਮਰਦਾਸ ਜੀ ਸਦਾ ਚਹਿਤ ਉਪਕਾਰ। ਜੋ ਹਮੇਸ਼ਾ ਹੀ ਪਰਉਪਕਾਰ ਹੀ ਚਾਹੁੰਦੇ ਹਨ। ਰਚਬੇ ਤੀਰਥ ਬਾਬਲੀ। ਸਿੱਖਨ ਹੇਤੁ ਉਧਾਰ। ਹੁਣ ਬੌਲੀ ਰਚਣ ਦੇ ਵਾਸਤੇ ਮਹਾਰਾਜ ਨੇ ਕਿ ਸਿੱਖਾਂ ਦੇ ਪਰਉਪਕਾਰ, ਸਿੱਖਾਂ ਦਾ ਉਧਾਰ ਕਰਨ ਲਈ ਇਹ ਪਰਉਪਕਾਰ ਕਰਨਾ। ਪਹਿਲਾਂ ਅੰਦਰ ਸੀ। ਹੁਣ ਤੱਕ ਮਹਾਰਾਜ ਦਾ ਜਿਹੜਾ ਹੁਣ ਆਪਾਂ ਗੋਇੰਦਵਾਲ ਸਾਹਿਬ ਹੈ, ਸਭ ਤੋਂ ਪਹਿਲਾਂ ਸਥਾਨ ਉੱਥੇ ਬੌਲੀ ਹੋਈ ਬਣੀ ਹੈ। ਬੌਲੀ ਸਾਹਿਬ ਬਣਾਇਆ ਸੀ ਪਹਿਲਾਂ। ਹੌਲੀ ਹੌਲੀ ਫਿਰ ਬਾਅਦ ਚ ਦਰਬਾਰ, ਫਿਰ ਲੰਗਰ ਉੱਥੇ ਬਣ ਗਿਆ। ਪਹਿਲਾਂ ਗੁਰਮੁਖੋ ਜਿੱਥੇ ਮਹਾਰਾਜ ਦੇ ਘਰ ਨੇ, ਜਿਹਨੂੰ ਚੁਬਾਰਾ ਸਾਹਿਬ ਕਹਿੰਦੇ, ਉੱਥੇ ਹੀ ਹੈ। ਭਾਈ ਗੁਰਦਾਸ ਜੀ ਦੇ ਅਸਥਾਨ ਵੀ ਉੱਥੇ ਅੰਦਰ। ਅਗਰ ਗੋਇੰਦਵਾਲ ਸਾਹਿਬ ਜਦੋਂ ਜਾਂਦੇ ਹੋ ਅੰਦਰ ਜਾ ਕੇ ਆਇਓ ਤੇ ਉੱਥੇ ਸਾਰੇ ਸਥਾਨ ਹਨ। ਗੁਰੂ ਸਾਹਿਬ ਦੇ ਉਹ ਕਿੱਲੀ ਜਿਹਨੂੰ ਫੜ ਕੇ ਮਹਾਰਾਜ ਖੜਦੇ ਸਨ। ਗੁਰੂ ਸਾਹਿਬ ਦੇ ਪਵਿੱਤਰ ਕੇਸ ਵੀ ਪਏ ਆ। ਉਹ ਸਥਾਨ ਉਵੇਂ ਜਿੱਥੇ ਗੁਰਮੁਖੋ ਮਹਾਰਾਜ ਬਿਰਾਜਦੇ ਸਨ। ਉਹ ਦਰਸ਼ਨ ਮੇਲੇ ਜ਼ਰੂਰ ਕਰਨੇ। ਇਹ ਬਾਹਰ ਸਥਾਨ ਫਿਰ ਸਭ ਤੋਂ ਪਹਿਲਾਂ ਬੌਲੀ ਮਹਾਰਾਜ ਨੇ ਬਣਾਈ। ਬੌਲੀ ਸਾਹਿਬ ਲਾਏ।
ਇਹ ਤੀਰਥ ਮਹਾਰਾਜ ਨੇ ਰਚਿਆ। ਇਹ ਵੀ ਜਾਣ ਲਓ ਕਿ ਸਭ ਤੋਂ ਪਹਿਲਾ ਤੀਰਥ ਗੁਰੂ ਸਾਹਿਬ ਨੇ ਕਿਸੇ ਨੇ ਰਚਿਆ ਤਾਂ ਉਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ। ਬੌਲੀ ਆਪ ਆਪਣੇ ਹਾਜ਼ਰੀ ਕੋਲ ਹੱਥੀਂ ਬਣਵਾਈ। ਉਹ ਜਿਹੜੇ ਜਿਵੇਂ ਹੁਣ ਬਾਕੀ ਤਾਂ ਫਿਰ ਬਾਅਦ ਵਿੱਚ ਹੋਏ ਨਾ, ਚਾਹੇ ਖਡੂਰ ਸਾਹਿਬ ਵੀ ਸੀ ਉਦੋਂ ਇਹ ਸਰੋਵਰ ਉਹ ਤਾਂ ਬਾਅਦ ਵਿੱਚ ਬਣੇ ਆ। ਇਹ ਜਿਹੜਾ ਗੁਰੂ ਨੇ ਆਪਣੇ ਹੱਥੀਂ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਦੇਖੋ 5 ਜਿਹੜੇ ਉੱਥੇ ਸਰੋਵਰ ਹੈ, ਜਿਨ੍ਹਾਂ ਵਿੱਚੋਂ 3 ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਆਪ ਆਪਣੇ ਹੱਥੀਂ ਉਹ ਬਣਵਾਏ, ਤੇ 2 ਗੁਰਮੁਖੋ ਫਿਰ 6ਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ। ਇਧਰ ਤਰਨ ਤਾਰਨ ਸਾਹਿਬ ਦਾ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ, ਤੇ ਇਹ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾ ਜਿਹੜਾ ਹੈ ਇਸ਼ਨਾਨ ਵਾਸਤੇ, ਜਿਵੇਂ ਸਰੋਵਰ ਹੈ ਜਾਂ ਬੌਲੀ, ਪਹਿਲੇ ਆਪ ਸਤਿਗੁਰੂ ਜੀ ਨੇ ਬਣਵਾਈ। ਰਚਵੇ ਤੀਰਥ ਬਾਵਲੀ ਸਿੱਖਨ ਹੇਤ ਉਧਾਰ, ਸਿੱਖਾਂ ਦੇ ਉਧਾਰ ਵਾਸਤੇ ਹੁਣ ਚਾਹੁੰਦੇ ਬੌਲੀ ਰਚੀ ਜਾਵੇ। ਚੌਪਈ ਇੱਕ ਦਿਨ ਸਭਾ ਮਝਾਰ ਉਚਾਰਾ, ਇੱਕ ਦਿਨ ਦੀਵਾਨ ਦੇ ਵਿੱਚ ਸਤਿਗੁਰਾਂ ਕਿਹਾ ਇਹਾਂ ਬਾਵਲੀ ਲੱਗਹਿ ਉਦਾਰਾ। ਭਾਈ ਇੱਥੇ ਇੱਕ ਮਹਾਨ ਚੰਗੀ ਬੌਲੀ ਲਾਈਏ, ਸਿੱਖ ਸੰਗਤ ਦਰਸ਼ਨ ਕੋ ਆਵੇ। ਹੁਣ ਇੱਥੇ ਕਈ ਦੇਖੋ ਅੱਜ ਕੱਲ ਜਿਹੜੇ ਨੇ ਨਾ ਕੁਝ ਪ੍ਰਚਾਰਕ ਜਿਨ੍ਹਾਂ ਨੇ ਸੁਭਾਅ ਬਣਾਇਆ ਹੋਇਆ ਹਰੇਕ ਗੱਲ ਤੇ ਤਰਕ ਕਰਨ, ਉਹ ਕਹਿੰਦੇ ਜੀ ਇੱਕ ਹੀ ਤਾਂ ਇਸ਼ਨਾਨ ਵਾਸਤੇ ਬਣਾਏ ਨੇ। ਇਸ਼ਨਾਨ ਨੂੰ ਤਾਂ ਦਰਿਆ ਕੋਲੇ ਚੱਲਦਾ ਸੀ, ਹੁਣ ਵੀ ਬਿਆਸਾ ਦੇਖ ਲਓ, ਉਦੋਂ ਕਿੰਨਾ ਪਾਣੀ ਸੀ, ਘਾਟ ਬਣੇ ਹੋਏ ਸੀ, ਪਹਿਲਾਂ ਉੱਥੇ ਹੀ ਇਸ਼ਨਾਨ ਕਰਦੇ ਰਹੇ ਉਸੇ ਬਿਆਨ। ਤੇ ਬੌਲੀ ਮਹਾਰਾਜ ਨੇ ਬਣਾਉਣ ਦਾ ਫਿਰ ਉਹਦੀਆਂ ਉਹਨੀਆਂ ਪੌੜੀਆਂ ਬਣਾਉਣ ਹੋਈਆਂ, ਉਹ ਸਾਰੀ ਜਿਹੜਾ ਕੁਛ ਹੈ ਇਹਦੇ ਮਹੱਤਵ ਹੈ। ਜੇ ਕੇਵਲ ਇਸ਼ਨਾਨ ਦੀ ਗੱਲ ਹੁੰਦੀ ਨਹਾਉਣਾ ਹੀ ਹੈ, ਨਹਾਉਣ ਨੂੰ ਤਾਂ ਦਰਿਆ ਚੱਲੀ ਜਾਂਦਾ ਸੀ। ਸਿੱਖ ਸੰਗਤ ਦਰਸ਼ਨ ਕੋ ਆਵੇ, ਮਹਾਰਾਜ ਕਹਿੰਦੇ ਭਾਈ ਜੋ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਸਭ ਮਿਲ ਗੁਰ ਤੀਰਥ ਜਲ ਨਹਾਵੇ। ਸਾਰੇ ਇੱਥੇ ਮਿਲ ਕੇ ਗੁਰੂ ਕੇ ਤੀਰਥ ਤੇ ਜਲ ਨਾਲ ਇਸ਼ਨਾਨ ਕਰਨ। ਏਮ ਕਹਿ ਸਤਿਗੁਰ ਆਇਸ ਦੀਨਸ, ਇਉਂ ਕਹਿ ਕਿ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ। ਲਿਖੋ ਹੁਕਮ ਨਾਮੇ ਚਿਤ ਚੀਨਸ, ਭਾਈ ਚਿਤ ਅੰਦਰ ਵਿਚਾਰ ਕੇ ਹੁਣ ਹੁਕਮਨਾਮੇ ਸੰਗਤਾਂ ਨੂੰ ਲਿਖੇ ਜਾਣ। ਤੀਰਥ ਕੀ ਤਿਆਰੀ ਗੁਰ ਕਰੈ, ਲਿਖੋ ਕਿ ਭਾਈ ਗੁਰੂ ਸਾਹਿਬ ਇੱਕ ਤੀਰਥ ਬਣਾਉਣ ਦੀ ਤਿਆਰੀ ਕਰ ਰਹੇ ਹਨ। ਹੋਏ ਨਿਹਾਲ ਸੇਵਾ ਹਿਤ ਧਰੈ, ਆਓ ਸੇਵਾ ਵਿੱਚ ਪ੍ਰੇਮ ਧਾਰੋ ਤੇ ਨਿਹਾਲ ਹੋਵੋ। ਪਾਰੋ ਨੇ ਲਿਖ ਸਕਲ ਪਠਾਏ, ਭਾਈ ਪਾਰੋ ਜੁਲਕਾ ਜੀ ਡੱਲੇ ਵਾਸੀ, ਜੁਲਕਾ ਖੱਤਰੀ ਭਾਈ ਪਾਰੋ, ਉਹਨਾਂ ਨੇ ਹੁਕਮਨਾਮੇ ਲਿਖ ਕੇ ਸਾਰੇ ਭੇਜੇ ਹਨ। ਪੁਰ ਗ੍ਰਾਮਨ ਤੇ ਸੁਨ ਸਿੱਖ ਆਏ, ਫਿਰ ਨਗਰਾਂ ਸ਼ਹਿਰਾਂ ਤੋਂ ਸੁਣ ਕੇ ਸਿੱਖ ਪਹੁੰਚ ਗਏ। ਭਇਓ ਮੇਲ ਸੰਗਤ ਕੋ ਭਾਰੂ, ਬਹੁਤ ਵੱਡਾ ਸੰਗਤਾਂ ਦਾ ਇਕੱਠ ਹੋਇਆ। ਜਥਾ ਸ਼ਕਤ ਲੈ ਆਵੈ ਕਾਰੂ, ਤੇ ਜਥਾ ਸ਼ਕਤ ਜਿੰਨੀ ਕਾਰ ਭੇਟਾ ਮਾਇਆ ਉਹ ਵੀ ਲੈ ਕੇ ਆ ਰਹੇ। ਸੰਮਤ ਵਸੂ ਗ੍ਰਹਿ ਜਬ ਆਇਓ, ਸੰਮਤ ਵਸੂ ਗ੍ਰਹਿ ਜਬ ਆਇਓ। ਵਸੂ ਦਾ ਭਾਵ ਸੰਮਤ ਵਸੂ, ਵਸੂ ਦਾ ਹੁੰਦੇ ਜਿਵੇਂ ਵਸੂ ਹੁੰਦੇ ਆ 8, ਸੰਮਤ ਵਸੂ ਗ੍ਰਹਿ ਜਬ ਆਇਓ। ਵਸੂ 8 ਤੇ ਗ੍ਰਹਿ ਹੋ ਗਏ 9, ਭਾਵ ਨਾਨਕ ਸ਼ਾਹੀ ਸੰਮਤ ਬਣ ਗਿਆ 99। ਇਹ ਹੈ ਲਿਖਿਆ ਇੱਥੇ ਵਸੂ ਗ੍ਰਹਿ, ਦੇਖੋ ਤਰੀਕ ਲਿਖਤੀ ਵਿਦਵਾਨਾਂ ਦੀ ਇਹ ਗੱਲ ਹੈ। ਵਸੂ 8 ਹੁੰਦੇ, ਗ੍ਰਹਿ 9 ਹੁੰਦੇ ਆ। ਸੰਮਤ ਵਸੂ ਗ੍ਰਹਿ ਜਬ ਆਏ, ਜਦੋਂ ਭਾਈ 99ਵਾਂ ਸੰਮਤ ਨਾਨਕ ਸ਼ਾਹੀ ਆਇਆ ਹੈ। ਕਾਤਕ ਪੁੰਨਮ ਪੁਰਬ ਸੁਹਾਇਓ, ਇਹ ਜਿਹੜਾ ਹੈ ਕੱਤਕ ਦੀ ਪੁੰਨਿਆ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਪੁਰਬ। ਉਸ ਦਿਨ ਬੌਲੀ ਸਾਹਿਬ ਦੀ ਜਿਹੜੀ ਕਾਰ ਸੇਵਾ ਆਰੰਭ ਕੀਤੀ, ਤੇ ਵਿਸਾਖੀ ਵਾਲੇ ਦਿਨ ਪਹਿਲਾ ਇਸ਼ਨਾਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਕੀਤਾ, ਉਹਦੇ ਵਿੱਚ ਤਿਆਰ ਹੋ ਗਈ। ਜੋ ਕਾਤਕ ਪੁੰਨਮ ਪੁਰਬ ਸੁਹਾਇਓ,
ਉਹ ਭਾਈ ਕੱਤਕ ਦੀ ਪੁੰਨਿਆਂ ਦਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਸੋਭ ਅਨੇਕ। ਸ੍ਰੀ ਗੁਰ ਨੇ ਅਸ ਪੁਰਬ ਨਿਹਾਰਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਵੀਰੇ ਦੇਖਿਆ ਵੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਹੈ, ਇਹ ਪੁਰਬ ਜਾਂ ਦੇਖਿਆ। ਨਿਕਸੇ ਵਹਿਰ ਆਨੰਦ ਉਦਾਰਾ। ਮਹਾਨ ਆਨੰਦ ਸਮੇਤ ਸਤਿਗੁਰੂ ਬਾਹਰ ਨਿਕਲੇ ਹਨ। ਸਭ ਸੰਗਤ ਕੋ ਸੰਗ ਸੋਲੀਨ। ਸਾਰੀਆਂ ਸੰਗਤਾਂ ਨੂੰ ਨਾਲ ਲਿਆ ਹੈ। ਪੰਚਾਮ੍ਰਿਤ ਅਨਵਾਵਨ ਕੀਨ। ਕੜਾ ਪ੍ਰਸ਼ਾਦ ਤਿਆਰ ਕਰਵਾਇਆ। ਥਲ ਸੁੰਦਰ ਪਿਖ ਪਾਸ ਵਿਪਾਸਾ। ਬਿਆਸ ਦਰਿਆ ਦੇ ਕੋਲ ਆ ਕੇ ਸੋਹਣਾ ਸਥਾਨ ਸੁੰਦਰ ਜਗ੍ਹਾ ਵੇਖੀ। ਬ੍ਰਿਧ ਸੋ ਸਤਿਗੁਰ ਬਚਨ ਪ੍ਰਕਾਸ਼ਾ। ਬਾਬਾ ਬੁੱਢਾ ਜੀ ਨੂੰ ਸਤਿਗੁਰੂ ਜੀ ਨੇ ਬਚਨ ਕਹੇ, ਲਿਆਓ ਪਤਾਲ ਮੋਚਨੀ ਹਾਥਾ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਪਤਾਲ ਮੋਚਨੀ ਲੈ ਕੇ ਆਓ। ਪਤਾਲ ਮੋਚਨੀ ਕਹੀ ਨੂੰ ਕਹਿੰਦੇ। ਪਤਾਲ ਮੋਚਨੀ ਕਹਿੰਦੇ ਹੱਥ ਵਿੱਚ ਚੁੱਕੋ। ਲਾਹੇ ਟੱਕ ਸਿਮਰੋ ਜੁਗਨਾਥਾ। ਜੁਗਨਾਥ, ਜੁਗ ਦਾ ਅਰਥ ਹੈ ਦੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਯਾਦ ਕਰਕੇ ਟੱਕ ਲਾਓ। ਕਰ ਅਰਦਾਸ ਟੱਕ ਤਬ ਲਾਇਓ। ਅਰਦਾਸ ਕਰਕੇ ਫਿਰ ਉੱਥੇ ਟੱਕ ਲਾਇਆ। ਬਹੁਰੋ ਸੰਗਤ ਚੌਪ ਕਰਾਇਓ। ਫਿਰ ਸੰਗਤਾਂ ਨੇ ਬਹੁਤ ਉਤਸ਼ਾਹ ਕੀਤਾ ਹੈ। ਸਤਿਗੁਰ ਖਰੇ ਕਰਾਵਤ ਕਾਰ। ਗੁਰੂ ਸਾਹਿਬ ਜੀ ਆਪ ਖੜ ਕੇ ਕਾਰ ਸੇਵਾ ਕਰਵਾਉਂਦੇ। ਸੰਗਤ ਕਰਤ ਪ੍ਰੇਮ ਚਿਤ ਧਾਰ। ਸੰਗਤਾਂ ਭਾਈ ਚਿੱਤ ਵਿੱਚ ਪ੍ਰੇਮ ਧਾਰ ਕੇ ਸੇਵਾ ਕਰਦੀਆਂ ਹਨ। ਜਹ ਕਹਿ ਪਸਰ ਗਇਓ ਬਰ ਤੰਤੂ। ਜਿੱਥੇ ਕਿਥੇ ਵੀ ਇਹ ਬਿਰਤਾਂਤ ਗੱਲ ਫੈਲ ਗਈ। ਤੀਰਥ ਰਚਿਓ ਗੁਰੂ ਭਗਵੰਤੂ। ਕਿ ਭਗਵਾਨ ਸਰੂਪ ਸਤਿਗੁਰੂ ਨੇ ਦੇਖੋ ਤੀਰਥ ਰਚਤਾ। ਕਿੱਥੇ ਦੁਨੀਆ ਦੂਰ ਦੂਰ ਜਾਂਦੀ ਸੀ ਇਸ਼ਨਾਨ ਕਰਨ, ਮਹਾਰਾਜ ਨੇ ਇੱਥੇ ਤੀਰਥ ਬਣਾ ਦਿੱਤਾ ਹੈ। ਨਿਜ ਘਰ ਤੇ ਕਹੀਆਂ ਬਹੁ ਲਿਆਵੇ। ਆਪੋ ਆਪਣੇ ਘਰਾਂ ਤੋਂ ਫਿਰ ਕੋਈ ਬਹੁਤ ਕਈਆਂ ਚੁੱਕ ਲਿਆਏ। ਸਿਰ ਪਰ ਧਰੇ ਟੋਕਰੀ ਆਵੇ। ਕੋਈ ਸਿਰ ਤੇ ਟੋਕਰੀਆਂ ਧਰੀ ਆਉਂਦਾ ਹੈ। ਜਿਉਂ ਜਿਉਂ ਸੇਵ ਕਰੇ ਧਰ ਭਾਉ। ਜਿਉਂ ਜਿਉਂ ਭਾਈ ਭਾਵਨਾ ਧਾਰ ਕੇ ਸੇਵਾ ਕਰਦੇ ਨੇ, ਤਿਉਂ ਤਿਉਂ ਸਤਿਗੁਰ ਹੋਤ ਪਸਾਉ। ਤਿਉਂ ਤਿਉਂ ਸਤਿਗੁਰੂ ਜੀ ਬਹੁਤ ਪ੍ਰਸੰਨ ਹੋ ਰਹੇ ਹਨ। ਨਿਤ ਪ੍ਰਤ ਕਾਰ ਕਰਤ ਨਰ ਬ੍ਰਿੰਦ। ਨਿਤਾ ਪ੍ਰਤੀ ਬੇਅੰਤ ਲੋਕੀ ਸੇਵਾ ਕਰਦੇ। ਕੱਢ ਹੈ ਮਾਟੀ ਕਾਰ ਬਿਲੰਦ। ਮਿੱਟੀ ਕੱਢਣ ਦੀ ਵੱਡੀ ਸੇਵਾ ਕਰਦੇ ਹਨ। ਸੰਗਤ ਕਾਰ ਕਰਤ ਤਹਿ ਜੇਤੀ। ਜਿੰਨੀ ਵੀ ਸੰਗਤ ਉਥੇ ਕਾਰ ਸੇਵਾ ਕਰਦੀ। ਅਚਹਿ ਦੇਗ ਤੇ ਭੋਜਨ ਤੇਤੀ। ਸਾਰੀਆਂ ਸੰਗਤਾਂ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕਦੀਆਂ ਸੀ। ਲੱਗਹਿ ਮਿਹਨਤੀ ਗਨ ਜੇ ਆਏ। ਫਿਰ ਭਾਈ ਮਜ਼ਦੂਰੀ ਕਰਨ ਵਾਲੇ ਉਹ ਵੀ ਆ ਗਏ। ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਮਜ਼ਦੂਰੀ ਵੀ ਸਾਨੂੰ ਮਿਲ ਜੇ, ਅਸੀਂ ਵੀ ਚਾਹੁੰਦੇ ਆ। ਤਾਂ ਉਹ ਵੀ ਬਹੁਤ ਆ ਕੇ ਲੱਗ ਗਏ। ਸੋ 2 ਟਕੇ ਦਿਹਾੜੀ ਪਾਏ। ਉਹ ਫਿਰ 2 ਟਕੇ ਦਿਹਾੜੀ ਵੀ ਮਹਾਰਾਜ ਤੋਂ ਪਾ ਲੈਂਦੇ। ਲੰਗਰ ਮੇ ਆਹਾਰ ਮਨ ਭਾਵਤ। ਨਾਲੇ ਭਾਈ ਮਨ ਭਾਉਂਦਾ ਲੰਗਰ ਵਿੱਚੋਂ ਜੋ ਪ੍ਰਸ਼ਾਦਾ ਉਹ ਛਕਦੇ। ਲੈ ਕਰ ਸੋ ਭੀ ਤਹਿ ਤੇ ਖਾਵਤ। ਉਹ ਵੀ ਜਿਹੜੇ ਦਿਹਾੜੀ ਕਰਨ ਵਾਲੇ ਉਹ ਵੀ ਉੱਥੋਂ ਹੀ ਪ੍ਰਸ਼ਾਦਾ ਲੰਗਰ ਦਾ ਹੀ ਲੈ ਕੇ ਛਕਦੇ ਹਨ। ਦੇਗ ਵਿਸਾਲ ਲੱਗੀ। ਦੇਗ ਵਿਸਾਲ ਹੋਣ ਤਬ ਲੱਗੀ। ਬਹੁਤ ਵੱਡਾ ਲੰਗਰ ਜਿਹੜਾ ਹੈ ਉਹ ਲੱਗ ਗਿਆ, ਚੱਲਦਾ ਹੈ। ਅੰਨ ਅੰਨ ਸਿੱਖ ਵਡ ਭਾਗੀ। ਇਉਂ ਭਾਈ 2 ਦੇਗ ਵਿਸਾਲ ਹੋਣ ਤਬ ਲਾਗੀ। ਵੱਡੇ ਲੰਗਰ ਹੋਣ ਲੱਗਿਆ। ਅੰਨ ਅੰਨ ਸਿੱਖ ਵਡ ਭਾਗੀ।
ਵੱਡੇ ਭਾਗਾਂ ਵਾਲੇ ਸਿੱਖ ਅਨਾਜ ਲੈ ਕੇ ਆਉਂਦੇ, ਕੇਤਕ ਸਿੱਖ ਦਰਬ ਲੈ ਆਏ। ਕੋਈ ਸਿੱਖ ਜਿਹੜੇ ਆ ਉਹ ਮਾਇਆ ਲੈ ਕੇ ਆ ਰਹੇ ਹਨ। ਬੈਠ ਮਿਹਨਤੀ ਦੇਤ ਲਗਾਏ, ਤੇ ਉਹ ਭਾਈ ਫਿਰ ਇਉਂ ਮਿਹਨਤੀ ਜਿਹੜੇ ਆ, ਜਿਨ੍ਹਾਂ ਨੂੰ 2-2 ਟਕੇ ਮਹਾਰਾਜ ਉਹਨਾਂ ਨੂੰ ਬਿਠਾ ਕੇ ਸਾਰਿਆਂ ਨੂੰ ਮਾਇਆ ਵੀ ਦੇ ਦਿੰਦੇ ਆ ਤੇ ਅੰਨ ਪਾਣੀ ਵੀ ਉੱਥੋਂ ਛਕਦੇ। ਹੋਰ ਸਿੱਖ ਸੰਗਤਾਂ ਵੀ ਸੇਵਾ ਕਰਦੀਆਂ ਨੇ। ਇਹ ਫਿਰ ਮਹਾਰਾਜ ਤੀਰਥ ਰਚਣ ਲੱਗੇ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਇੱਥੋਂ ਅੱਗੇ ਆਪਾਂ ਕੱਲ ਇਤਿਹਾਸ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।